ਵਾਹਿਗੁਰੂ 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 ਵਾਹਿਗੁਰੂ। गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे जो ये आप सिमरन अभ्यास करते, ये सिमरन ज्यों ज्यों आप करांगे फिर आपनू इस सिमरन का लाभ की लाभ होएगा। वो आपनू गुरु अर्जन देव जी महाराज ने जो आप सुखमनी साहब जी की बाणी से विचार करते पहली अष्टपदी विच ही आपनू सिमरन के लाभ दसे कि ज्यों ज्यों असीं सिमरन करांगे सानू की इहदा लाभ प्राप्त होवेगा। सब तो पहलां तां ये जो साडे मन का कला कलेश, जो साडा मन अशांत है, जो साडा मन दुखी हुंदा, सब तो पहलां ये साडा कला कलेश मिटदा। इसलिए फिर कलेश मिटाउण वास्ते आपनू फरमान करदे सिमरो सिमर सिमर सुख पावो कल कलेश तन माही मिटाओ। कि ज्यों ज्यों असीं सिमरन करांगे साडे विचार फुरने, ये विचारां दा ही कला कलेश, विचारां दा टकराव हुंदा है ते साडे मन च कलेश, साडे तन च कलेश, फिर अगे परिवार च कलेश, फिर अगे समाज दे विच कलेश, ਇਹਦੇ ਅੱਗੇ ਦੀ ਅੱਗੇ ਕਲੇਸ਼ ਗਾਂਹ ਦੀ ਗਾਂਹ ਵੱਧਦਾ ਹੀ ਜਾਂਦਾ। ਤੇ ਆਪਾਂ ਨੂੰ ਹੁਣ ਸਮਝਾਉਂਦੇ ਵੀ ਇਸ ਨੂੰ ਮਿਟਾਉਣ ਵਾਸਤੇ ਇਹ ਸਿਮਰਨ ਹੈ ਅਤੇ ਨਾਲ ਨਾਲ ਫਿਰ ਆਪਾਂ ਨੂੰ ਸਤਿਗੁਰੂ ਗਿਆਨ ਦਿੰਦੇ, ਗੁਰੂ ਦੀ ਮੱਤ ਆਪਾਂ ਲੈਂਦੇ। ਜਿਉਂ ਜਿਉਂ ਆਪਾਂ ਅਭਿਆਸ ਕਰਾਂਗੇ, ਗੁਰੂ ਦੀ ਮੱਤ ਲਵਾਂਗੇ, साडा कला कलेश खत्म होंदा जाएगा, अपना मन सुखी हो जाएगा, सहज दे विच आ जाएगा अपने घर विच। आओ हुण जो आपां पिछले कुछ दिनों तो विचार करते हाँ, जो आपां नूं गुरु अर्जन देव जी महाराज ये सुखमनी साहब की बाणी विच उपदेश कर रहे। कल आपां 11वीं अष्टपदी तक विचार की सी। इस तो अगे जो आपां नूं सतगुरु बख्शिश करते ने
ਸ਼ਲੋਕ ਅਤੇ 12ਵੀਂ ਅਸ਼ਟਪਦੀ। ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ ਸ਼ਲੋਕ, ਸੁਖੀ ਵਸੇ ਮਸਕੀਨੀਆਂ ਆਪ ਨਿਵਾਰਤ ਲੈ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਮਹਾਰਾਜ ਸਾਨੂੰ ਸਮਝਾਉਂਦੇ ਕਿ ਸੁਖੀ ਕੌਣ ਵਸਦਾ ਹੈ? ਜਿਹੜਾ ਮਨ ਕਰਕੇ ਮਸਕੀਨ ਹੋ ਗਿਆ, ਗਰੀਬ ਹੋ ਗਿਆ, ਜਿਹਨੇ ਆਪਣਾ ਆਪਾ ਭਾਵ ਛੱਡ ਕੇ ਜਿਹੜਾ ਨੀਵਾਂ ਹੋ ਜਾਂਦਾ ਹੈ, ਉਹ ਫਿਰ ਮਹਾਰਾਜ ਕਹਿੰਦੇ ਵੀ ਜੀਵ ਜਿਹੜਾ ਉਹ ਸੁਖੀ ਵਸਦਾ ਹੈ। ਜੇ ਹੁਣ ਸਾਡਾ ਮਨ ਨੀਵਾਂ ਨਹੀਂ ਹੁੰਦਾ ਫਿਰ ਇਹ ਹੰਕਾਰੀ ਹੋ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਵੀ ਵੱਡੇ ਵੱਡੇ ਹੰਕਾਰੀ ਜੀਵ ਫਿਰ ਉਹ ਇਹ ਹੰਕਾਰ ਦੇ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਵਾਰ ਵਾਰ ਫਿਰ ਉਹਨਾਂ ਨੂੰ ਇਹ ਰੋਗ ਲੱਗਿਆ ਰਹਿੰਦਾ, ਵਾਰ ਵਾਰ ਗਲਦੇ ਰਹਿੰਦੇ, ਵਾਰ ਵਾਰ ਆਕਾਰਾਂ ਦੇ ਵਿੱਚ ਜੂਨਾ ਚਾਹੁੰਦੇ ਤੇ ਇੱਧਰ ਸੰਸਾਰ ਦੇ ਵਿੱਚ ਵੀ ਗਰਭ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਸੜਦੇ ਜਲਦੇ ਨੇ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਮਨ ਕਰਕੇ ਤੁਸੀਂ ਨੀਵੇਂ ਹੋ ਜਾਓ, ਨਮਾਨੇ ਹੋ ਜਾਓ। ਹੁਣ ਇਹ ਜਿਹੜਾ ਮਨ ਹੈ ਇਹ ਸਾਡਾ ਉਹਦਾ ਨੀਵਾਂ ਨਹੀਂ ਹੁੰਦਾ ਜਦ ਤੱਕ ਅਸੀਂ ਸਿਮਰਨ ਨਹੀਂ ਕਰਦੇ, ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ। ਇਹ ਨਮਾਨਾ ਹੁੰਦਾ ਹੀ ਨਹੀਂ, ਇਹ ਨੀਵਾਂ ਹੁੰਦਾ ਹੀ ਨਹੀਂ, ਇਹਦਾ ਆਪਣਾ ਆਪਾ ਛੱਡਦਾ ਨਹੀਂ ਹੈ। ਤੇ ਜਦੋਂ ਫਿਰ ਇਹ ਹੰਕਾਰੀ ਹੋਇਆ ਹੁੰਦਾ ਇਹ ਫਿਰ ਕਿਸੇ ਦੀ ਨਹੀਂ ਸੁਣਦਾ, ਨਾ ਇਹ ਆਪਣੇ ਮਾਤਾ ਪਿਤਾ ਦੀ ਸੁਣੇ, ਮਾਲਕ ਦੀ ਵਾਹਿਗੁਰੂ ਦੀ। ਪਰਮਾਤਮਾ ਆਵਾਜ਼ ਦਿੰਦੇ ਵੀ ਜੋ ਘਰੇ ਵਾਪਸ ਆ ਜਾ। ਜਦੋਂ ਇਹ ਦੁਖੀ ਹੁੰਦਾ, ਹੰਕਾਰ ਦੇ ਵਿੱਚ, ਹਉਮੈ ਵਿੱਚ ਸੜਦਾ, ਇਧਰ ਦੁਖੀ ਹੁੰਦਾ ਤੇ ਮਾਲਕ ਦੇਖਦੇ ਘਰ ਦੇ ਵਿੱਚ ਬੈਠ ਕੇ ਨਿਜ ਮਹਿਲਦੇ ਤੇ ਮਨ ਨੂੰ ਕਹਿੰਦੇ ਵੀ ਤੂੰ ਦੁਖੀ ਨਾ ਹੋ, ਤੂੰ ਘਰੇ ਆ ਜਾ ਤੇ ਸੁੱਖ ਲੈ ਲਾ। ਮਾਲਕ ਆਵਾਜ਼ ਦਿੰਦਾ, ਪਰ ਮਨ ਹੈ ਜਿਹੜਾ ਇਹ ਜਦੋਂ ਹੰਕਾਰੀ ਹੋ ਜਾਂਦਾ ਇਹ ਮਾਲਕ ਦੀ ਆਵਾਜ਼ ਸੁਣਦਾ ਹੀ ਨਹੀਂ, ਇਹ ਦਰ ਦੇ ਅੱਗੋਂ ਦੀ ਟੱਪ ਜਾਂਦਾ। ਕਦੇ ਤਾਂ ਸੱਜੇ ਪਾਸਿਓਂ ਆਉਂਦਾ, ਮਾਲਕ ਦੇਖਦਾ ਵੀ ਦੁਖੀ ਹੋ ਰਿਹਾ, ਆਉਂਦਾ ਉਹ ਦਰ ਖੋਲ ਕੇ ਆਵਾਜ਼ ਦਿੰਦਾ ਵੀ ਘਰੇ ਅੱਜ। ਇਹ ਘਰ ਵੱਲ ਦੇਖਦਾ ਹੀ ਨਹੀਂ, ਨਾ ਮਾਲਕ ਦੀ ਆਵਾਜ਼ ਸੁਣਦਾ ਤੇ ਫਿਰ ਦੂਜੇ ਪਾਸੇ ਟੱਪ ਜਾਂਦਾ। ਫਿਰ ਜਦੋਂ ਵਾਪਸ ਮੁੜਦਾ ਫਿਰ ਮਾਲਕ ਦੇਖਦਾ, ਫਿਰ ਦਰ ਖੋਲ੍ਹਦੇ, ਫਿਰ ਇਹਨੂੰ ਆਵਾਜ਼ ਦਿੰਦੇ ਵੀ ਘਰੇ ਆ ਜਾ। ਇਹ ਫਿਰ ਨਹੀਂ ਘਰੇ ਜਾਂਦਾ, ਇਹ ਫਿਰ ਦੂਜੇ ਪਾਸੇ ਟੱਪ ਜਾਂਦਾ। ਹੁਣ ਇਹ ਦਿਨ ਦੇ ਵਿੱਚ ਮਾਲਕ ਇਸ ਤਰ੍ਹਾਂ ਕਰਦੇ ਕਈ ਵਾਰ ਵੀ ਬੱਚਾ ਮਨ ਦੁਖੀ ਹੋ ਰਿਹਾ, ਵੀ ਇਹ ਦੁਖੀ ਨਾ ਹੋਵੇ, ਘਰ ਆ ਕੇ ਸੁੱਖ ਲੈ। ਪਰ ਜਦੋਂ ਇਹਦੇ ਅੰਦਰ ਹਉਮੈ ਹੰਕਾਰ ਹੁੰਦਾ ਇਹਦੇ ਮਾਲਕ ਦੀ ਆਵਾਜ਼ ਵੀ ਨਹੀਂ ਸੁਣਦਾ, ਉਹ ਘਰ ਨੂੰ ਵੀ ਭੁੱਲ ਜਾਂਦਾ, ਘਰ ਦੇ ਦਰ ਨੂੰ ਵੀ ਭੁੱਲ ਜਾਂਦਾ। ਫਿਰ ਇਸ ਅਵਸਥਾ 'ਚ ਕਹਿੰਦੇ ਵੀ ਬਹੁਤਾ ਹੀ ਮਨਮੁਖ ਹੋ ਗਈ ਤੇ ਨਾਲ ਹੰਕਾਰੀ ਹੋ ਗਈ। ਇਹਨੂੰ ਹੁਣ ਰੋਜ਼ ਬੁਲਾਉਂਦੇ ਆ, ਘਰੇ ਆ ਜਾ, ਘਰ ਆਉਂਦਾ ਨਹੀਂ। ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੋਇਆ ਫਿਰ ਇਹ ਆਖੇ ਮੈਨੂੰ ਦਰਗਾਹ 'ਚ ਥਾਂ ਦਿਓ, ਮੈਨੂੰ ਚਰਨਾਂ 'ਚ ਨਿਵਾਸ ਦੇਵੋ। ਫਿਰ ਇਹਨੂੰ ਦਰਗਾਹ 'ਚ ਕਿਵੇਂ ਥਾਂ ਮਿਲੇਗੀ? ਸਤਿਗੁਰੂ ਫਰਮਾਨ ਕਰਦੇ, ਮਨਮੁਖ ਹੰਕਾਰੀ ਮੈਲ ਨਾ ਜਾਣੇ, ਖਿਨ ਆਗੇ ਖਿਨ ਪੀਛੇ, ਸਦਾ ਬਲਾਈਏ ਮੈਲ ਨਾ ਆਵੇ, ਕਿਉਂ ਕਰ ਦਰਗੇ ਸੀਜੇ। ਕਿ ਹੁਣ ਇਹਨੂੰ ਸਦਾ ਬੁਲਾਉਂਦੇ ਮਹਿਲ 'ਚ ਆ ਜਾ, ਪਰ ਹੰਕਾਰੀ ਹੋਇਆ ਹੋਇਆ ਇਹ ਮਹਿਲ 'ਚ ਜਾਂਦਾ ਹੀ ਨਹੀਂ, ਇੱਧਰ ਹੀ ਭੱਜਿਆ ਫਿਰਦਾ। ਇਸ ਵਾਸਤੇ ਫਿਰ ਮਹਿਲ ਵਿੱਚ ਫੇਰ ਮਨ ਜਾਂਦਾ ਜੇ ਅਸੀਂ ਮਨ ਨੂੰ ਨੀਵਾਂ ਕਰ ਲੈਂਦੇ ਹਾਂ, ਮਨ ਸਾਡਾ
ਨਿਰਮਲ ਹੋ ਜਾਂਦਾ, ਫਿਰ ਇਹ ਨੀਵਾਂ ਹੋ ਜਾਂਦਾ, ਫਿਰ ਇਹ ਮਸਕੀਨ, ਫਿਰ ਇਹ ਗਰੀਬ ਹੋ ਜਾਂਦਾ, ਫਿਰ ਇਹ ਆਪਾਂ ਨਿਵਾਰ ਕੇ ਫਿਰ ਇਹ ਝੁਕ ਜਾਂਦਾ। ਤੇ ਐਸੀ ਅਵਸਥਾ 'ਚ ਫਿਰ ਕਹਿੰਦੇ ਵੀ ਜਿਹੜਾ ਤਾਂ ਮਨ ਨੀਵਾਂ ਹੋ ਗਿਆ ਉਹ ਸੁਖੀ ਵਸਦਾ, ਤੇ ਜਿਹੜਾ ਹੰਕਾਰੀ ਹੈ ਉਹ ਫਿਰ ਹਉਮੈ ਹੰਕਾਰ ਦੇ ਵਿੱਚ ਚੱਲਦਾ, ਉਹ ਫਿਰ ਦੁਖੀ ਹੁੰਦਾ, ਉਹ ਫਿਰ ਸ਼ਾਂਤ ਰਹਿੰਦਾ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਮਾਰੇ ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਜੀਵ ਅਭਿਮਾਨ ਕਰਦਾ ਸੰਸਾਰੀ ਰਾਜ ਦਾ, ਕਿਸੇ ਅਹੁਦੇ ਦਾ, ਵੀ ਮੇਰੇ ਕੋਲ ਬੜਾ ਵੱਡਾ ਅਹੁਦਾ, ਤੇ ਜਿਹਦੇ ਕੋਲ ਅਹੁਦਾ ਉਹ ਹਉਮੈ ਹੰਕਾਰ ਕਰਦਾ, ਦੂਸਰੇ ਨੂੰ ਦਬਾ ਕੇ ਰੱਖਦਾ, ਦੂਸਰੇ ਦੇ ਉੱਤੇ ਉਹ ਰੋਹ ਝਾੜਦਾ। ਤੇ ਮਾਰੇ ਕਹਿੰਦੇ ਵੀ ਜਿਹਦੇ ਅੰਦਰ ਇਹ ਰਾਜ ਦਾ ਅਭਿਮਾਨ, ਜਿਵੇਂ ਪੁਰਾਣੇ ਸਮਿਆਂ ਵਿੱਚ ਰਾਜੀ ਹੁੰਦੇ ਸੀ, ਹੁਣ ਸਮਾਂ ਬਦਲ ਗਿਆ, ਹੁਣ ਮਿਨਿਸਟਰ ਕਹਿ ਲਓ ਵੀ ਉਹ ਹੁੰਦੇ ਨੇ, ਜਾਂ ਸੰਸਾਰੀ ਕੋਈ ਹੋਰ ਅਹੁਦਾ ਮਿਲ ਜਾਂਦਾ ਜੀਵ ਨੂੰ ਵੱਡਾ, ਉਹਦਾ ਅਭਿਮਾਨ, ਉਹਦੀ ਹਉਮੈ, ਉਹਦਾ ਹੰਕਾਰ। ਤੇ ਮਾਰੇ ਕਹਿੰਦੇ ਵੀ ਜਿਹਦੇ ਅੰਦਰ ਫਿਰ ਇਹ ਅਭਿਮਾਨ ਹੈ, ਜਿਹੜਾ ਮਨ ਕਰਦਾ ਹੈ, ਉਹਨੂੰ ਫਿਰ ਸਜ਼ਾ ਕੀ ਮਿਲਦੀ, ਉਹ ਫਿਰ ਨਰਕਾਂ ਦੇ ਵਿੱਚ ਜਾਂਦਾ, ਤੇ ਉਹਨੂੰ ਫਿਰ ਸਜ਼ਾ ਦੇ ਕੇ ਵਾਪਸ ਕੁੱਤੇ ਦੀ ਜੂਨ ਦੇ ਵਿੱਚ ਪਾ ਦਿੰਦੇ। ਸਵਾਨ ਕਹਿੰਦੇ ਕੁਕਰ ਨੂੰ, ਕੁੱਤੇ ਨੂੰ ਸਵਾਨ ਦਾ ਨਾਮ ਦਿੱਤਾ। ਹੁਣ ਇਸ ਲਈ ਫਿਰ ਕਹਿੰਦੇ ਵੀ ਜੇ ਹੁਣ ਅਸੀਂ ਇਹ ਜਿਹੜਾ ਆਪਣਾ ਸਤਿਗੁਰੂ ਆਪਾਂ ਨੂੰ ਗਿਆਨ ਦਿੰਦੇ, ਸੋਝੀ ਦਿੰਦੇ, ਨਾਮ ਦਾ ਭੇਦ ਦਿੰਦੇ, ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜਦੇ, ਇਹਦੇ ਜੀਵ ਦੇ ਅੰਦਰ ਹਉਮੈ ਹੁੰਦੀ ਹੈ, ਅਭਿਮਾਨ ਜਾਂਦਾ ਨਹੀਂ ਹੈ। ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਦੋਵੇਂ ਇਕੱਠੇ ਇੱਕ ਥਾਂ ਤੇ ਨਹੀਂ ਰਹਿੰਦੇ। ਮਹਾਰਾਜ ਕਹਿੰਦੇ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਈ। ਜਿਸੇ ਦਾ ਨਾਮ ਵਸ ਗਿਆ ਉੱਥੇ ਹਉਮੈ ਨਹੀਂ ਰਹਿੰਦੀ, ਹਉਮੈ ਥਾਂ ਛੱਡ ਜਾਂਦੀ। ਜੇ ਅਸੀਂ ਨਾਮ ਨਾਲ ਨਹੀਂ ਜੁੜੇ ਤੇ ਫਿਰ ਤਾਂ ਹਉਮੈ ਬੈਠੀ ਹੁੰਦੀ, ਫਿਰ ਨਹੀਂ ਅਭਿਮਾਨ ਜਾਂਦਾ। ਸੋ ਇਹ ਜਿਹੜਾ ਅਭਿਮਾਨ ਫਿਰ ਇਹ ਛੱਡਣਾ ਬੜਾ ਔਖਾ। ਮਾਇਆ ਤਾਂ ਛੱਡੀ ਜਾ ਸਕਦੀ, ਅਭਿਮਾਨ ਦੀ ਖਾਤਰ ਜੀਵ ਸੰਸਾਰ ਦੇ ਵਿੱਚ ਮਾਇਆ ਪੈਸਾ ਪਾਣੀ ਵਾਂਗੂ ਵਹਾ ਦਿੰਦਾ ਵੀ ਮੇਰੀ ਹਉਮੈ ਬਰਕਰਾਰ ਰਹਿਣੀ ਚਾਹੀਦੀ, ਮੇਰਾ ਨਾ ਹੋਣਾ ਚਾਹੀਦਾ, ਪੈਸੇ ਦੀ ਪਰਵਾਹ ਕੋਈ ਨਹੀਂ, ਜਿੰਨਾ ਮਰਜ਼ੀ ਲੱਗ ਜੇ। ਇਸ ਵਾਸਤੇ ਫਿਰ ਮਾਰੇ ਕਹਿੰਦੇ ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮਨ ਵਰਗਲੇ, ਮਾਨ ਸਭੇ ਕੋ ਖਾਏ। ਮਾਇਆ ਕਹਿੰਦੇ ਵੀ ਛੱਡ ਦਿੱਤੀ, ਪੈਸਾ ਤਾਂ ਫਿਰ ਵੀ ਛੱਡਣਾ ਸੌਖਾ, ਪਰ ਜਿਹੜਾ ਅਭਿਮਾਨ ਮਾਨ ਇਹ ਤਾਂ ਜਣਾ ਉਦੋਂ ਔਖਾ। ਇਸ ਵਾਸਤੇ ਫਿਰ ਜਿਹੜਾ ਜੀਵ ਇਹ ਅਭਿਮਾਨ ਕਰਦਾ ਕਿਸੇ ਦੁਨਿਆਵੀ ਅਹੁਦੇ ਦਾ, ਰਾਜ ਭਾਗ ਦਾ, ਉਹਨੂੰ ਫਿਰ ਅੱਗੇ ਇਹ ਕੁੱਤੇ ਦੀ ਜੂਨ ਦੇ ਵਿੱਚ ਪਾ ਦਿੰਦੇ। ਫੇਰ ਮਾਰੇ ਦੱਸਦੇ ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਵੈਸ਼ਟਾ ਕਾ ਜੰਤ। ਕਿਸੇ ਨੂੰ ਇਹਨਾਂ ਨੇ ਅਭਿਮਾਨ ਕਰਾ ਦਿੱਤਾ ਜੋਵਨ ਦਾ, ਜਵਾਨੀ ਦਾ, ਵੀ ਮੈਂ ਬੜਾ ਸੋਹਣਾ, ਮੇਰੇ ਨਾਲੋਂ ਹੋਰ ਸੋਹਣਾ ਕੋਈ ਨਹੀਂ, ਮੈਂ ਬੜਾ ਜਵਾਨ। ਤੇ ਜੇ ਇਹ ਅਭਿਮਾਨ ਸਾਡੇ ਅੰਦਰ ਪੈਦਾ ਹੋ ਗਿਆ, ਕਿਸੇ ਦੇ ਅੰਦਰ ਦਾ ਇਹ ਅਭਿਮਾਨ ਹੋ ਗਿਆ ਵੀ ਰਾਜ ਦਾ, ਕਿਸੇ ਦੇ ਅੰਦਰ ਅਭਿਮਾਨ ਹੋ ਗਿਆ ਜੋਬਨ ਦਾ, ਜਵਾਨੀ ਦਾ, ਫੇਰ ਮਾਰੇ ਕਹਿੰਦੇ ਵੀ ਜਿਹਨੂੰ ਇਹ ਅਭਿਮਾਨ ਹੋ ਗਿਆ ਉਹਨੂੰ ਫਿਰ ਉਹ ਵੈਸ਼ਟਾ ਦਾ, ਗੰਦਗੀ ਦਾ ਕੀੜਾ ਬਣਾ ਦਿੰਦੇ। ਸਿੱਧਾ ਹੀ ਫਿਰ ਅਗਲੀ ਜੂਨ ਹੈ ਜਿਹੜੀ
ਉਹ ਗੰਦਗੀ ਦਾ ਕੀੜਾ ਹੈ, ਵਿਸ਼ਟਾ ਦੇ ਵਿੱਚ ਕੀੜਾ ਬਣਾ ਕੇ ਛੱਡ ਦਿੰਦੇ। ਇਸ ਵਾਸਤੇ ਫਿਰ ਇਹ ਸਾਨੂੰ ਸਤਿਗੁਰੂ ਅੱਗਾ ਦੱਸਦੇ ਵੀ ਜਿਵੇਂ ਮਨਮੁਖ ਕਹਿ ਦਿੰਦਾ ਵੀ ਅੱਗਾ ਕਿਹੜਾ ਕਿਸੇ ਨੇ ਦੇਖੇ, ਸਾਰਾ ਕੁਝ ਇੱਥੇ ਹੀ ਆ, ਨਰਕ ਸਵਰਗ ਇੱਥੇ ਹੀ ਆ, ਅੱਗਾ ਕਿਹੜਾ ਕਿਸੇ ਨੂੰ ਪਤਾ ਵੀ ਕੀ ਹੁੰਦਾ। ਹੁਣ ਇਹ ਅੱਗਾ ਦੱਸਦੇ, ਮਹਾਰਾਜ ਭਵਿੱਖਬਾਣੀ ਦੱਸਦੇ ਵੀ ਜਿਹੜਾ ਸਾਨੂੰ ਦੀਂਦਾ ਨਹੀਂ ਅੱਗਾ, ਕਿਉਂਕਿ ਸੁੱਤਿਆਂ ਨੂੰ ਦਿਸਦਾ ਨਹੀਂ, ਜਿਹੜੇ ਮਨ ਜਾਗੇ ਨੇ ਜਾਗਿਆਂ ਨੂੰ ਦਿਸਦਾ ਵੀ ਅੱਗਾ ਹੈ। ਹੁਣ ਜਿਹੜੇ ਜਾਗੇ ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਗੁਰਬਾਣੀ ਗੁਰੂ ਵਿੱਚ ਵੀ ਜੇ ਅਸੀਂ ਰਾਜ ਦਾ ਮਨ ਕਰਾਂਗੇ ਤੇ ਸਾਨੂੰ ਅੱਗੇ ਕੁੱਕਰ ਦੀ ਜੂਨ ਮਿਲ ਜੇਗੀ, ਜੇ ਅਸੀਂ ਜੋਬਨ ਦਾ ਮਨ ਕਰਾਂਗੇ ਤੇ ਸਾਨੂੰ ਵੇਸਟ ਦਾ ਗੰਦਗੀ ਦਾ ਕੀੜਾ ਬਣਾ ਦੇਣਗੇ। ਇਹ ਸਾਡਾ ਅੱਗੇ ਭਵਿੱਖ ਦੱਸਦੇ ਵੀ ਇੱਦਾਂ ਹੁੰਦਾ ਹੈ। ਇਹਨੂੰ ਮਹਾਰਾਜ ਕਹਿੰਦੇ ਆਪਸ ਕੋ ਕਰਮਵੰਤ ਕਹਾਵੇ, ਜਨ ਮਰੇ ਬਹੁ ਜੂਨ ਭਰਮਾਵੇ। ਬਈ ਆਪਣੇ ਆਪ ਨੂੰ ਜੀਵ ਫਿਰ ਸੰਸਾਰ 'ਚ ਬੜਾ ਚੰਗਾ ਕਹਾਉਂਦਾ ਵੀ ਹੈ ਜਾਂ ਉਹਦੇ ਅੰਦਰ ਅਭਿਮਾਨ ਹੈ, ਹੰਕਾਰੀ ਹੈ, ਤੇ ਨਾਲ ਅੰਦਰ ਹਉਮੈ ਬੈਠੀ, ਤੇ ਹਉਮੈ ਬੈਠੀ ਹੋਣ ਕਰਕੇ ਫਿਰ ਕਹਿੰਦਾ ਵੀ ਸੰਸਾਰ ਦੇ ਵਿੱਚ ਮੇਰੀ ਵਡਿਆਈ ਵੀ ਹੋਣੀ ਚਾਹੀਦੀ, ਵੀ ਚਾਰ ਜੀਵ ਖੜੇ ਤੇ ਮੇਰੀ ਸੋਭਾ ਹੋਣੀ ਚਾਹੀਦੀ, ਵੀ ਇਹ ਬੜਾ ਚੰਗਾ ਜੀ, ਬੜੇ ਵਧੀਆ ਕੰਮ ਕਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਆਪਦੇ ਆਪ ਨੂੰ ਚੰਗਾ ਅਖਵਾਉਂਦਾ, ਪਰ ਅੰਦਰੋਂ ਹੈ ਝੂਠਾ, ਅੰਦਰੋਂ ਨਾਮ ਦੇ ਨਾਲ ਜੁੜਿਆ ਨਹੀਂ ਹੈ। ਫਿਰ ਇਹਦੀ ਹਾਲਤ ਕੀ ਅੱਗੇ ਜਨਮ ਮਰੇ ਬਹੁ ਜੂਨ ਭਰਮਾਵੇ। ਮਹਾਰਾਜ ਕਹਿੰਦੇ ਵੀ ਇਹਨੇ ਜਨਮ ਮਰਨ ਦੇ ਵਿੱਚ ਜਾਣਾ, ਇਹਨੇ ਜੂਨਾਂ 'ਚ ਭਰਮਣ ਕਰਨਾ, ਵੀ ਇਹਦਾ ਜਨਮ ਮਰਨ ਦਾ ਚੱਕਰ ਹੈ ਜਿਹੜਾ ਇਹ ਮਿਟਣਾ ਨਹੀਂ ਹੈ। ਸੰਸਾਰ ਦੇ ਵਿੱਚ ਕਿੰਨਾ ਵੀ ਕਰਮ ਬੰਦ ਖਵਾਵੇ, ਕਿੰਨੀ ਵੀ ਸੰਸਾਰ 'ਚ ਜੀਵੇ ਦੀ ਸ਼ੋਭਾ ਕਰਨ ਵੀ ਇਹ ਬੜਾ ਚੰਗਾ ਬੰਦਾ ਹੈ ਜੀ, ਇਹ ਬੜੇ ਭਲਾਈ ਦੇ ਕੰਮ ਕਰਦਾ, ਪਰ ਅੰਦਰੋਂ ਨਾਮ ਦੇ ਨਾਲ ਨਹੀਂ ਜੁੜਿਆ, ਸਿਮਰਨ ਨਹੀਂ ਕਰਦਾ, ਸਤਸੰਗਤ ਨਹੀਂ ਕਰਦਾ, ਤੇ ਅੰਦਰੋਂ ਝੂਠਾ ਹੈ। ਸੰਸਾਰ ਦੇ ਵਿੱਚ ਬਾਹਰ ਉਹਦੀ ਜਿੰਨੀ ਵੀ ਮਰਜ਼ੀ ਸੰਸਾਰ 'ਚ ਵਡਿਆਈ ਹੋ ਜੇ, ਤੇ ਆਪਦੀ ਵਡਿਆਈ ਕਰਾਉਣ ਵਾਸਤੇ ਮੇਰੇ ਸੰਸਾਰ 'ਚ ਕਰਮ ਵੀ ਐਸੇ ਕਰਦਾ ਵੀ ਲੋਕ ਮੈਨੂੰ ਚੰਗਾ ਆਖਣ, ਤੇ ਤੀਰਥਾਂ ਦੇ ਵੀ ਜਾਂਦਾ, ਤੀਰਥਾਂ ਤੇ ਜਾ ਕੇ ਉੱਥੇ ਵੀ ਸੰਸਾਰ ਦੇ ਵਿੱਚੋਂ ਕੁਝ ਆਪਦਾ ਜਿਹੜਾ ਮਾਇਆ ਨੇ ਇਕੱਠੀ ਕੀਤੀ ਉਹਦੇ ਵਿੱਚੋਂ ਕੁਝ ਉੱਥੇ ਵੀ ਦੇ ਕੇ ਆਉਂਦਾ, ਤੇ ਉੱਥੇ ਦੇ ਕੇ ਆ ਕੇ ਫੇਰ ਕਹਿੰਦਾ ਵੀ ਮੈਂ ਬੜਾ ਦਾਨੀ ਹਾਂ, ਮੈਂ ਬੜਾ ਦਾਨ ਕਰਦਾ। ਪਰ ਮਾਰੇ ਕਹਿੰਦੇ ਵੀ ਅੰਦਰੋਂ ਝੂਠਾ ਹੈ, ਨਾਮ ਤੋਂ ਬਿਨਾਂ ਅੰਦਰੋਂ ਖਾਲੀ ਹੈ। ਤੇ ਐਸਾ ਜੀ ਫਿਰ ਸਤਿਗੁਰੂ ਕਹਿੰਦੇ ਵੀ ਚਾਹੇ 68 ਤੀਰਥਾਂ ਤੇ ਇਸ਼ਨਾਨ ਕਰ ਲਵੇ, ਪਰ ਜਿਹੜਾ ਉਹਦਾ ਮਨ ਹੈ ਉਹ ਮਨ ਮੈਲਾ ਰਹਿੰਦਾ। ਮਹਾਰਾਜ ਕਹਿੰਦੇ ਅੰਦਰੋਂ ਝੂਠੇ ਪੈ ਜਵਾਹਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾ ਆਵੇ ਉਤਰੇ ਨਾਹੀ ਮੈਲ। ਵੀ ਅੰਦਰੋਂ ਝੂਠਾ, ਬਾਹਰੋਂ ਕਰਮ ਬੰਸ ਖਵਾਉਂਦਾ, ਬਾਹਰੋਂ ਬੜਾ ਚੰਗਾ, ਕਹਿੰਦਾ ਵੀ ਸੰਸਾਰ 'ਚ ਮੇਰੀ ਵਡਿਆਈ ਬੜੀ ਹੋਣੀ ਚਾਹੀਦੀ, ਤੇ ਲੋਕ ਵਡਿਆਈ ਕਰਦੇ ਵੀ ਉਹਦੀ ਝੂਠੀ। ਪਰ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਫਿਰ ਜੋ ਦੱਸਦੇ ਬਈ ਉਹਦਾ ਜਿਹੜਾ ਜਨਮ ਮਰਨ ਦਾ ਚੱਕਰ ਇਹ ਨਹੀਂ ਖਤਮ ਹੋਣਾ, ਵੀ ਉਹਨੇ ਵਾਰ-ਵਾਰ ਜੂਨਾਂ 'ਚ ਆਈ ਜਾਣਾ ਜਦ ਤੱਕ ਉਹ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ। ਫੇਰ ਮਹਾਰਾਜ ਅੱਗੇ ਦੱਸਦੇ ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਉਹਨੇ ਸੰਸਾਰ ਦੇ ਵਿੱਚ ਕਰਮਵੰਤ ਖਵਾ ਕੇ ਆਪਦੇ ਆਪ ਨੂੰ ਭਲਾ ਖਵਾ ਕੇ ਫਿਰ ਨਾਲੇ ਘਮੰਡ ਵੀ ਕਰਦਾ। ਕਾਹਦਾ? ਭੂਮ ਦਾ, ਵੀ ਮੇਰੇ ਕੋਲ ਬੜੀ ਜ਼ਮੀਨ ਹੈ, ਮੇਰੇ ਕੋਲ ਬੜੀ ਧਨ ਦੌਲਤ ਹੈ, ਇਹਦਾ ਘਮੰਡ ਕਰਦਾ, ਇਹਦਾ ਹੰਕਾਰ ਹੈ। ਇਸ ਨੂੰ ਹੰਕਾਰ ਹੋਣ ਕਰਕੇ
ਤਾਂਹੀਓ ਫਿਰ ਮਹਾਰਾਜ ਕਹਿੰਦੇ ਵੀ ਇਹ ਕੀ ਹੈ, ਕਹਿੰਦੇ ਮੂਰਖ ਹੈ, ਅੰਧਾ ਹੈ, ਅੰਧ ਗਿਆਨੀ। ਇਹਨੂੰ ਇਹ ਨਹੀਂ ਭੇਦ ਵੀ ਇਹ ਜਿਹੜੀ ਭੂਮ ਜਿਹਦਾ ਤੂੰ ਅਭਿਮਾਨ ਹੰਕਾਰ ਕਰਦੇ, ਭੂਮ ਨੇ ਵੀ ਇੱਥੇ ਹੀ ਰਹਿ ਜਾਣਾ। ਜਿਹੜਾ ਤੂੰ ਇਹ ਧਨ ਦੌਲਤ ਦਾ ਹੰਕਾਰ ਕਰਦਾ, ਇਹ ਧਨ ਦੌਲਤ ਵੀ ਤੇਰੇ ਨਾਲ ਨਹੀਂ ਜਾਣੀ, ਇਹਨੇ ਵੀ ਇੱਥੇ ਹੀ ਰਹਿ ਜਾਣਾ। ਤੇ ਜਿਹੜੇ ਤੂੰ ਸੰਸਾਰ ਦੇ ਵਿੱਚ ਕਹਿਣਾ ਵੀ ਸੰਸਾਰ ਮੇਰੀ ਸ਼ੋਭਾ ਕਰਦਾ, ਵਡਿਆਈ ਕਰਦਾ, ਇਹ ਸਾਰਾ ਕੁਝ ਤੇਰਾ ਇੱਥੇ ਹੀ ਰਹਿ ਜਾਣਾ, ਇੱਥੋਂ ਕੁਝ ਵੀ ਤੂੰ ਨਾਲ ਨਹੀਂ ਲਿਜਾ ਸਕਦਾ। ਇਸ ਲਈ ਫਿਰ ਇਹ ਤਾਂ ਹੈ ਜਿਹੜਾ ਜੀਵ ਮਨਮੁਖ ਉਹਦੀ ਅਵਸਥਾ ਮਹਾਰਾਜ ਦੱਸਦੇ ਵੀ ਜਿਹਨੂੰ ਇਸ ਤਰ੍ਹਾਂ ਅਭਿਮਾਨ ਹੈ, ਜਿਹਦੇ ਅੰਦਰ ਹਉਮੈ ਹੈ, ਹੰਕਾਰ ਹੈ, ਵੀ ਉਹਨੂੰ ਫਿਰ ਕਹਿੰਦੇ ਵੀ ਮੂਰਖ, ਅੰਧ ਗਿਆਨੀ ਹੈ, ਵੀ ਇਹਨੂੰ ਗਿਆਨ ਨਹੀਂ, ਇਹਨੂੰ ਸੋਝੀ ਨਹੀਂ ਹੈ। ਫਿਰ ਮਹਾਰਾਜ ਦੱਸਦੇ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਅੱਗੇ ਸੁਖ ਪਾਵੇ। ਹੁਣ ਮਾਲਕ ਜੇ ਕਿਰਪਾ ਕਰੇ ਪਰਮਾਤਮਾ, ਜੀਵ ਦੇ ਹਿਰਦੇ ਵਿੱਚ ਗਰੀਬੀ ਵਸ ਜੇ, ਉਹਦੇ ਹਿਰਦੇ ਤੇ ਗਰੀਬੀ ਆ ਜੇ, ਫਿਰ ਮਹਾਰਾਜ ਕਹਿੰਦੇ ਵੀ ਉਹ ਇਸੇ ਰਹਿੰਦਾ ਵੀ ਮੁਕਤ ਸੰਸਾਰ ਦੇ ਵਿੱਚ, ਤੇ ਉਹ ਫਿਰ ਅੱਗੇ ਵੀ ਸੁੱਖ ਪਾਉਂਦਾ ਪਰਲੋਕ ਦੇ ਵਿੱਚ, ਆਪਦੇ ਘਰ ਜਾ ਕੇ ਉੱਥੇ ਜਾ ਕੇ ਮਾਲਕ ਚ ਲੀਨ ਹੋ ਜਾਂਦਾ। ਹੁਣ ਹਿਰਦੇ ਦੀ ਜਿਹੜੀ ਗਰੀਬੀ ਸਾਡੇ ਮਨ ਦੀ, ਇਹ ਸੰਸਾਰ ਦੇ ਵਿੱਚ ਅਗਿਆਨਤਾ ਦੇ ਵਿੱਚ ਨਹੀਂ ਆਉਂਦੀ। ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਸਾਡੇ ਹਿਰਦੇ ਵਿੱਚ ਗਿਆਨ ਦਾ ਚਾਨਣ, ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ। ਬਾਹਰੀ ਸੰਸਾਰ ਦੇ ਵਿੱਚ ਅਸੀਂ ਕਿੰਨਾ ਵੀ ਇਕੱਠਾ ਕਰ ਲਈਏ, ਕਿੰਨਾ ਵੀ ਧਨ ਦੌਲਤ ਇਕੱਠੀ ਕਰ ਲਈਏ, ਕਿੰਨੀ ਵੀ ਜ਼ਮੀਨ ਜਾਇਦਾਦ ਇਕੱਠੀ ਕਰ ਲਈਏ, ਕਿੰਨੇ ਵੱਡੇ ਵੱਡੇ ਮਹਿਲ ਬਣਾ ਲਈਏ, ਕਿੰਨੀ ਸੰਸਾਰ 'ਚ ਸਾਡੀ ਸ਼ੋਭਾ ਹੋ ਜੇ, ਵਡਿਆਈ ਹੋ ਜੇ, ਪਰ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ। ਬਾਹਰੀ ਅਸੀਂ ਨੂੰ ਕਿੰਨਾ ਵੀ ਗਿਆਨ, ਕਿੰਨਾ ਵੀ ਚਾਨਣ ਹੋ ਜੇ, ਬਾਹਰੀ ਸੰਸਾਰ ਦਾ ਕਿੰਨਾ ਵੀ ਅਸੀਂ ਗਿਆਨ ਇਕੱਠਾ ਕਰ ਲਈਏ, ਪਰ ਗੁਰੂ ਦੀ ਮਦਦ ਤੋਂ ਬਿਨਾਂ, ਗੁਰੂ ਦੀ ਸ਼ਰਨ 'ਚ ਜਾਣ ਤੋਂ ਬਿਨਾਂ ਸਾਡੇ ਅੰਦਰ ਗਿਆਨਤਾ ਦਾ ਹਨੇਰਾ ਹੈ। ਇਸ ਲਈ ਮਹਾਰਾਜ ਫਰਮਾਉਂਦੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਈ ਬਾਹਰੀ ਚਾਹੇ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਕਿੰਨੀ ਵੀ ਸਾਡੀ ਸ਼ੋਭਾ ਹੋ ਜੇ, ਕਿੰਨਾ ਵੀ ਅਸੀਂ ਇਕੱਠਾ ਕਰ ਲਈਏ ਸੰਸਾਰ ਦਾ, ਪਰ ਗੁਰੂ ਤੋਂ ਬਿਨਾਂ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ। ਗੁਰੂ ਦੀ ਸ਼ਰਨ ਤੋਂ ਬਿਨਾਂ ਸਾਡੇ ਹਿਰਦੇ ਵਿੱਚ ਗਰੀਬੀ ਨਹੀਂ ਆਉਂਦੀ, ਸਾਡਾ ਮਨ ਨਿਮਾਣਾ ਨਹੀਂ ਹੁੰਦਾ, ਸਾਡਾ ਮਨ ਨਿਰਮਲ ਨਹੀਂ ਹੁੰਦਾ, ਸ਼ੁੱਧ ਨਹੀਂ ਹੁੰਦਾ। ਇਹ ਸੰਸਾਰ ਦੇ ਪਦਾਰਥ, ਸੰਸਾਰ ਦੀ ਸ਼ੋਭਾ, ਸੰਸਾਰ ਦੀਆਂ ਵਡਿਆਈਆਂ, ਇਹ ਸਾਡੇ ਅੰਦਰ ਹੋਰ ਹਉਮੈ ਹੰਕਾਰ ਤਾਂ ਭਰ ਦਿੰਦੀਆਂ, ਪਰ ਸਾਡੇ ਹਿਰਦੇ 'ਚ ਗਰੀਬੀ ਨਹੀਂ ਆਉਂਦੀ। ਇਸ ਲਈ ਫਿਰ ਜਿਹੜਾ ਸਾਡੇ ਮਨ ਨੇ ਮਸਕੀਨ ਹੋਣਾ, ਜਿਹੜੀ ਸਾਡੇ ਹਿਰਦੇ 'ਚ ਗਰੀਬੀ ਆਉਣੀ, ਉਹ ਮਾਲਕ ਦੀ ਕਿਰਪਾ ਦੁਆਰਾ ਆਉਂਦੀ ਹੈ। ਉਹ ਆਉਂਦੀ ਗੁਰੂ ਦੀ ਮਦਦ ਦੁਆਰਾ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਸਾਨੂੰ ਸਤਿਗੁਰੂ ਗਿਆਨ ਦਿੰਦੇ, ਸੋਝੀ ਦਿੰਦੇ, ਫਿਰ ਸਾਡਾ ਮਨ ਹੈ ਜਿਹੜਾ ਜਿਉਂ-ਜਿਉਂ ਅਸੀਂ ਸਿਮਰਨ ਕਰਦੇ ਹਾਂ, ਤੇ ਆਉਂਦਿਆਂ ਫਿਰ ਇਹ ਨਿਮਾਣਾ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਗੁਰਮਤਿ ਹਿਰਦੇ ਗਰੀਬੀ ਆਵੇ। ਗੁਰੂ ਦੀ ਮਦਦ ਦੁਆਰਾ ਸਾਡੇ ਹਿਰਦੇ 'ਚ ਗਰੀਬੀ, ਸਾਡਾ ਮਨ ਨੀਵਾਂ ਹੋ ਜਾਂਦਾ, ਮਨ ਨਿਮਾਣਾ ਹੋ ਜਾਂਦਾ। ਤੇ ਜਦੋਂ ਸਾਡਾ ਮਨ ਨੀਵਾਂ ਹੋ ਗਿਆ, ਫਿਰ ਇਹਨੇ ਸੁਖੀ ਹੋ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਮਨ ਨੂੰ ਇੰਨਾ ਨੀਵਾਂ ਕਰ ਲਓ। ਬਾਬਾ ਕਬੀਰ ਜੀ ਕਹਿੰਦੇ ਵੀ ਜਿਵੇਂ ਰਸਤੇ ਵਿੱਚ ਰੋੜਾ ਪਿਆ ਹੁੰਦਾ, ਬਈ ਉਹ ਰੋੜੇ ਨੂੰ ਜਿਵੇਂ ਮਰਜ਼ੀ ਕੋਈ ਚੱਕ ਕੇ ਜਿੱਧਰ ਮਰਜ਼ੀ ਸੁੱਟੀ ਚੱਲੇ, ਉਹਦੇ ਤੇ ਕੋਈ ਅਸਰ ਨਹੀਂ ਹੁੰਦਾ।
ਵੀ ਇੰਨਾ ਜੇ ਅਸੀਂ ਮਨ ਨੂੰ ਨੀਵਾਂ ਕਰ ਲਈਏ ਤੇ ਫਿਰ ਅਸੀਂ ਪਰਮਾਤਮਾ ਨੂੰ ਮਿਲ ਸਕਦੇ, ਫਿਰ ਅਸੀਂ ਇੱਥੇ ਵੀ ਸੁਖੀ ਤੇ ਅਸੀਂ ਅੱਗੇ ਵੀ ਸੁੱਖ ਪ੍ਰਾਪਤ ਕਰ ਸਕਦੇ। ਰਮਾਉਂਦੇ ਕਬੀਰ ਰੋੜਾ ਹੋਈ ਰਹੁ ਬਾਟਕ, ਤਜ ਮਨ ਕਾ ਅਭਿਮਾਨ, ਐਸਾ ਤੇਰਾ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਵੀ ਭਗਵਾਨ ਸਾਨੂੰ ਫੇਰ ਮਿਲਦਾ ਜੇ ਸਾਡਾ ਮਨ ਇੰਨਾ ਨੀਵਾਂ ਹੋਵੇ। ਫੇਰ ਮਨ ਨੂੰ ਜਦੋਂ ਹੋਰ ਸਹਿਜ ਵਿੱਚ ਲੈ ਕੇ ਗਏ, ਦੇਖਿਆ ਵੀ ਜਿਹੜਾ ਰੋੜਾ ਉਹਦੇ ਤੇ ਤਾਂ ਕੋਈ ਅਸਰ ਨਹੀਂ ਹੁੰਦਾ। ਹੋ ਸਕਦਾ ਵੀ ਜਿਹੜਾ ਵੀ ਰਾਹਗੀਰ ਚੱਲ ਰਿਹਾ ਉਹਦੇ ਪੈਰ ਨੂੰ ਠੋਕਰ ਲੱਗੇ, ਉਹਦਾ ਮਨ ਮਹਿਸੂਸ ਕਰੇ। ਇਸ ਲਈ ਕਹਿੰਦੇ ਵੀ ਰੋੜਾ ਵਰਗੀ ਵੀ ਨਹੀਂ, ਰੋੜੇ ਤੋਂ ਵੀ ਥੱਲੇ ਜਿਵੇਂ ਮਿੱਟੀ ਖੇ ਵਰਗੇ ਹੋ ਜਾਈਏ, ਜਿਵੇਂ ਮਿੱਟੀ ਨੂੰ ਜਿਵੇਂ ਮਰਜ਼ੀ ਲੜਤਾੜੀ ਚੱਲੋ, ਜਿਵੇਂ ਮਰਜ਼ੀ ਪੱਟੀ ਚੱਲੋ, ਇਹ ਤੇ ਕੋਈ ਅਸਰ। ਕਹਿੰਦੇ ਵੀ ਜੇ ਮਨ ਨੂੰ ਇੰਨਾ ਨੀਵਾਂ ਕਰ ਲਈਏ, ਖੇ ਵਰਗੇ ਹੋ ਜਾਈਏ, ਤੇ ਫਿਰ ਅਸੀਂ ਰੱਬ ਨੂੰ ਮਿਲ ਸਕਦੇ। ਮਹਾਰਾਜ ਕਹਿੰਦੇ ਕਬੀਰ ਰੋੜਾ ਹੋਗਾ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਵੀ ਮਿੱਟੀ ਵਰਗੇ ਖੇ ਵਰਗੇ ਹੋ ਜਾਈਏ। ਫਿਰ ਮਨ ਨੂੰ ਹੋਰ ਸਹਿਜ ਲੈ ਗਏ ਵੀ ਮਿੱਟੀ ਦੇ ਤਾਂ ਕੋਈ ਅਸਰ ਨਹੀਂ ਹੁੰਦਾ, ਪਰ ਹਵਾ ਚੱਲਦੀ ਉੱਡਦੀ ਮਿੱਟੀ ਅੰਗਾਂ 'ਤੇ ਪੈਂਦੀ, ਕੱਪੜਿਆਂ 'ਤੇ ਪੈਂਦੀ ਤੇ ਜੀਵ ਮਹਿਸੂਸ ਕਰਦਾ ਹੈ। ਵੀ ਮਿੱਟੀ ਤੋਂ ਥੱਲੇ ਪਾਣੀ, ਜੇ ਪਾਣੀ ਵਰਗੇ ਇੰਨੇ ਨੀਵੇਂ ਹੋ ਜਾਈਏ, ਇੰਨੇ ਨਿਮਾਣੇ ਹੋ ਜਾਈਏ, ਜਿਵੇਂ ਪਾਣੀ ਦਾ ਸੁਭਾਅ ਵੀ ਨੀਵੇਂ ਪਾਸੇ ਨੂੰ ਜਾਂਦਾ, ਨਿਮਾਣਤਾ ਵੱਲ ਨੂੰ ਜਾਂਦਾ, ਇਸੇ ਤਰ੍ਹਾਂ ਹੀ ਵੀ ਜੇ ਪਾਣੀ ਵਰਗੇ ਮਨ ਨੂੰ ਕਰ ਲਈਏ, ਵੀ ਇੰਨੇ ਨਿਮਾਣਤਾ 'ਚ ਚਲੇ ਜਾਈਏ, ਨੀਵੇਂ ਹੋ ਜਾਈਏ, ਤੇ ਫਿਰ ਰੱਬ ਮਿਲ ਸਕਦਾ, ਫਿਰ ਪਰਮਾਤਮਾ ਮਿਲ ਸਕਦਾ। ਮਹਾਰਾਜ ਕਹਿੰਦੇ ਕਬੀਰ ਖੇ ਹੋਈ ਤਾਂ ਕਿਆ ਭਇਆ, ਉੱਡ ਲਾਗੇ ਅੰਗ, ਐਸਾ ਤੇਰਾ ਦਾਸ ਹੋਏ ਜਿਉਂ ਪਾਣੀ ਸਰਬੰਗ। ਪਾਣੀ ਵਰਗੇ ਹੋ ਜੀ। ਫਿਰ ਹੋਰ ਮਨ ਨੂੰ ਸਹਿਜ ਲੈ ਕੇ ਕਿ ਵੀ ਪਾਣੀ ਹੈ ਜਿਹੜਾ ਉਹਦਾ ਵੀ ਸੁਭਾਅ ਬਦਲਦਾ, ਉਹ ਵੀ ਤੱਤਾ ਠੰਡਾ ਹੋ ਜਾਂਦਾ, ਉਹਦੇ ਵਿੱਚ ਵੀ ਤਬਦੀਲੀ ਆ ਜਾਂਦੀ। ਫਿਰ ਕਹਿੰਦੇ ਵੀ ਮਨ ਨੂੰ ਪਰਮਾਤਮਾ ਵਰਗਾ ਹੀ ਹੋ ਜਾਣਾ ਚਾਹੀਦਾ ਹੈ। ਪਰਮਾਤਮਾ ਦੇ ਸੁਭਾਅ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਉਹਦੇ ਆਲੂ ਹੈ, ਉਹ ਕਿਰਪਾਲੂ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹਦੇ ਗੁਣ ਨੇ ਮਾਲਕ ਦੀ। ਸੋ ਇਸ ਲਈ ਫਿਰ ਕਹਿੰਦੇ ਵੀ ਮਨ ਨੂੰ ਉਹਦੇ ਵਰਗਾ ਹੀ ਹੋ ਜਾਣਾ ਚਾਹੀਦਾ ਜਿਹੜਾ ਹਰੀ ਦਾ ਜਨ, ਉਹਦੇ ਵਿੱਚ ਉਹੀਓ ਗੁਣ ਹੋਣ ਮਾਲਕ ਵਾਲੇ। ਮਹਾਰਾਜ ਕਹਿੰਦੇ ਕਬੀਰ ਪਾਣੀ ਹੋਗਾ ਤਾਂ ਕਿਆ ਭਇਆ, ਸੀਰਾ ਤਾਤਾ ਹੋਈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਈ। ਵੀ ਇਸੇ ਫਿਰ ਦੱਸਦੇ ਮਨ ਨੂੰ ਇੰਨੇ ਨੀਵੇਂ, ਇੰਨੀ ਮਨ ਦੇ ਵਿੱਚ ਗਰੀਬੀ, ਇੰਨਾ ਮਨ ਮਸਕੀਨ ਹੋ ਜੇ, ਇੰਨਾ ਇਹ ਨਿਮਾਣਤਾ 'ਚ ਚਲਾ ਜਾਵੇ, ਤੇ ਫਿਰ ਇਸੇ ਵੀ ਮੁਕਤ, ਤੇ ਫਿਰ ਅੱਗੇ ਵੀ ਸੌਖੀ ਸੁੱਖ। ਇਹ ਫਿਰ ਕਿਰਪਾ ਮਾਲਕ ਕਰਦੇ ਪਰਮੇਸ਼ਰ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਅੱਗੇ ਸੁੱਖ ਪਾਵੇ। ਫਿਰ ਉਹ ਇਸੇ ਵੀ ਮੁਕਤ ਤੇ ਅੱਗੇ ਵੀ ਫਿਰ ਪਰਲੋਕ ਦੇ ਵਿੱਚ ਉਹਨੂੰ ਥਾਂ ਮਿਲ ਜਾਂਦੀ। ਫਿਰ ਮਹਾਰਾਜ ਅੱਗੇ ਦੱਸਦੇ ਧਨਵੰਤਾ ਹੋਏ, ਕਰ ਗਰਵਾਵੇ, ਰਹਿਣ ਸਮਾਨ ਕੁਝ ਸੰਗ ਨ ਜਾਵੇ। ਹੁਣ ਇਸੇ ਫਿਰ ਮਨਮੁਖ ਜੀਵ ਦੀ ਹਾਲਤ ਦੱਸਦੇ ਵੀ ਮਨਮੁਖ ਜੀਵ ਬਹੁਤਾ ਧਨਵੰਤ, ਬਹੁਤਾ ਧਨ ਇਕੱਠਾ ਕਰਕੇ ਸੰਸਾਰ ਦੇ ਵਿੱਚ ਗਰਵ ਕਰਦਾ, ਮਨ ਕਰਦਾ ਵੀ ਮੇਰੇ ਕੋਲ ਬੜਾ ਧਨ ਹੈ, ਮੇਰੇ ਕੋਲ ਬੜੀ ਦੌਲਤ ਹੈ, ਤੇ ਦੂਸਰਿਆਂ ਦੀ ਨਿੰਦਿਆ ਕਰਦਾ, ਦੂਸਰਿਆਂ ਨੂੰ ਨੀਵੇਂ ਸਮਝਦਾ। ਮਹਾਰਾਜ ਕਹਿੰਦੇ ਐਡਾ ਮੂਰਖ ਹੈ, ਇੰਨਾ ਅੰਧ ਗਿਆਨੀ ਵੀ ਇਹਨੂੰ ਇਹ ਨਹੀਂ ਪਤਾ ਵੀ ਇੱਕ ਤ੍ਰਿਣ ਸਮਾਨ, ਵੀ ਇੱਕ ਤੀਲਾ ਤੱਕ ਇਥੋਂ ਨਾਲ ਨਹੀਂ ਜਾਣਾ, ਹੋਰ ਤਾਂ ਤੂੰ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦਾ। ਇਸ ਵਾਸਤੇ ਫਿਰ ਸੰਸਾਰ ਦੇ ਵਿੱਚ ਜੀਵ ਦਾ ਕੀਤਾ ਹੋਇਆ ਹੰਕਾਰ, ਇਹ ਸਾਨੂੰ ਵਾਪਸ ਜੂਨਾਂ ਦੇ ਵਿੱਚ ਤਾਂ ਲੈ ਜਾਂਦਾ, ਇਹ ਸਾਨੂੰ ਇਸੇ ਦੁੱਖ ਤਾਂ ਦਿੰਦਾ ਹੈ, ਪਰ ਅਸੀਂ ਇੱਥੇ ਸੁਖੀ ਨਹੀਂ ਹੋ ਸਕਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸੰਸਾਰ 'ਚ ਜੀਵ ਗਰਭ ਕਰਦਾ,
ਤੇ ਪਰ ਇਹਨੂੰ ਇਹ ਨਹੀਂ ਪਤਾ ਵੀ ਇੱਥੋਂ ਇੱਕ ਤਿਲ ਮਤਰ ਵੀ ਕੋਈ ਚੀਜ਼ ਇੱਥੋਂ ਹੀ ਨਾਲ ਲਿਜਾ ਨਹੀਂ ਸਕਦਾ। ਏਰ ਮਾਰੇ ਕਹਿੰਦੇ ਬਹੁ ਲਸਕਰ ਮਾਨਕ ਉੱਪਰ ਕਰੇ ਆਸ, ਪਲ ਭੀਤਰਤਾ ਕਾ ਹੋਈ ਵਿਨਾਸ਼। ਵੀ ਇਸੇ ਸੰਸਾਰ ਦੇ ਵਿੱਚ ਜਿਵੇਂ ਲਸ਼ਕਰ ਜਾਂ ਹੋਰ ਸੰਸਾਰ ਦੇ ਜੀਵਾਂ ਤੇ ਝੂਠੀ ਆਸ ਕਰਦਾ ਵੀ ਇਹ ਮੇਰੇ ਨਾਲ ਨੇ ਜੀ, ਮੇਰੇ ਨਾਲ ਖੜੇ ਨੇ, ਇੰਨੇ ਜਾਣੇ ਮੇਰੇ ਨਾਲ ਨੇ, ਇੰਨੇ ਮੇਰੇ ਕੋਲ ਫੌਜਾਂ ਲਸ਼ਕਰ ਨੇ। ਪਰ ਮਹਾਰਾਜ ਕਹਿੰਦੇ ਇੱਕ ਪਲ ਭੀਤਰ ਦੇ ਵਿੱਚ ਹੀ ਇਹ ਸਾਰਾ ਕੁਝ ਵਿਨਾਸ਼ ਹੋ ਜਾਂਦਾ, ਸਾਰਾ ਕੁਝ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਜਿਵੇਂ ਪੁਰਾਣੇ ਸਮਿਆਂ 'ਚ ਜੀਵ ਰਾਜੇ ਹੁੰਦੇ ਸੀ, ਰਾਜਿਆਂ ਦੇ ਲਸ਼ਕਰ ਹੁੰਦੇ ਸੀ, ਫੌਜਾਂ ਹੁੰਦੀਆਂ ਸੀ, ਉਹਨਾਂ ਨੂੰ ਬੜਾ ਮਾਣ ਹੁੰਦਾ ਸੀ ਵੀ ਸਾਡੇ ਇੰਨੇ ਲਸ਼ਕਰ, ਇੰਨੀਆਂ ਫੌਜਾਂ, ਉਹਨਾਂ 'ਤੇ ਆਸਾਂ। ਪਰ ਜਦੋਂ ਜੀਵ ਦਾ ਸਵਾਸ ਖਤਮ ਹੋ ਗਈ, ਇੱਕ ਪਲ ਦੇ ਵਿੱਚ ਹੀ ਸਾਰਾ ਕੁਝ ਵਿਨਾਸ਼ ਹੋ ਗਿਆ, ਖਤਮ ਹੋ ਗਈ। ਕਿਉਂਕਿ ਆਪਣਾ ਜਿਹੜਾ ਜੀਵਨ ਇਹ ਇੱਕ ਸਵਾਸ ਸੀ, ਇੱਕ ਦਮ ਦੇ ਆਪਾਂ ਜੀਵ। ਜੇ ਸਾਨੂੰ ਸਵਾਸ ਆਉਂਦਾ ਤੇ ਫੇਰ ਹੀ ਜੀਵ ਕਹਿੰਦੇ ਨੇ ਬਈ ਇਹ ਮੇਰੇ ਕੋਲ ਇੰਨਾ ਧਨ ਦੌਲਤ, ਇੰਨੇ ਲਸ਼ਕਰ, ਇੰਨੀਆਂ ਫੌਜਾਂ, ਉਹਨਾਂ 'ਤੇ ਆਸਾਂ ਲਾਈਆਂ ਹੋਈਆਂ। ਤੇ ਜਦੋਂ ਸਵਾਸ ਖਤਮ ਹੋ ਗਏ, ਕੋਈ ਚੀਜ਼ ਇੱਥੋਂ ਨਾਲ ਨਹੀਂ ਜਾਂਦੀ, ਸਭ ਲਸ਼ਕਰ, ਨੇਜੇ, ਬਾਜੇ ਸਭ ਇੱਥੇ ਹੀ ਰਹਿ ਜਾਂਦੇ, ਫੌਜਾਂ ਸਭ ਇੱਥੇ ਹੀ ਰਹਿ ਜਾਂਦੇ, ਕਿਸੇ ਨੇ ਅੱਗੇ ਸਾਥ ਨਹੀਂ ਦੇਣਾ, ਨਾਲ ਨਹੀਂ ਜਾਣਾ ਕਿਸੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਵੀ ਇੱਕ ਦਮ ਦੇ ਅਸੀਂ ਜੀਵ। ਜੇ ਸਾਨੂੰ ਸਵਾਸ ਆਉਂਦੇ ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਸਾਰਾ ਕੁਝ ਸਾਡਾ ਹੈ। ਤੇ ਜਦੋਂ ਸਵਾਸ ਬੰਦ ਹੋ ਗਏ ਤੇ ਇਸ ਕਰਕੇ ਅੱਗੇ ਕਹਿੰਦੇ ਸੀ ਆਪ ਮਰੀਏ ਜੱਗ ਭਰ ਲਓ, ਤੇ ਜਦੋਂ ਆਪ ਹੀ ਮਰ ਗਏ ਸਮਝ ਲਓ ਭਰ ਲਓ ਅੱਗ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਇੱਕ ਪਲ ਦੇ ਵਿੱਚ ਹੀ ਫਿਰ ਇਹ ਸਾਰਾ ਕੁਝ ਇਹ ਵਿਨਾਸ਼ ਹੋ ਜਾਂਦਾ, ਇਹ ਢਹਿ ਢੇਰੀ ਹੋ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਬਸਵੰਤ। ਵੀ ਇਸੇ ਜੀਵ ਹਉਮੈ ਹੰਕਾਰ ਦੇ ਵਿੱਚ ਸਭ ਤੋਂ ਆਪਦੇ ਆਪ ਨੂੰ ਜ਼ਿਆਦਾ ਸ਼ਕਤੀਸ਼ਾਲੀ ਸਮਝਦਾ ਵੀ ਮੈਂ ਬੜਾ ਜ਼ੋਰ ਵਾਲਾ, ਮੈਂ ਬੜਾ ਬਲਵੰਤ ਹਾਂ, ਮੇਰੇ 'ਚ ਬੜੀ ਤਾਕਤ ਹੈ। ਪਰ ਮਹਾਰਾਜ ਕਹਿੰਦੇ ਵੀ ਇੱਕ ਖਿੰਨ ਦੇ ਵਿੱਚ ਹੀ ਇਹ ਭਸਮ ਹੋ ਜਾਂਦਾ, ਸਵਾ ਢਹਿ ਢੇਰੀ ਹੋ ਜਾਂਦਾ। ਵੀ ਇਹ ਚਾਹੀ ਹੈ ਜੇ ਇਹਨੂੰ ਸਵਾਸ ਆਉਂਦੇ ਤੇ ਕਹਿੰਦਾ ਮੇਰੇ 'ਚ ਬਲ ਹੈ, ਤੇ ਜਦੋਂ ਸਵਾਸ ਖਤਮ ਹੋ ਗਏ ਤੇ ਮਿੱਟੀ ਦੀ ਢੇਰੀ ਰਹਿ ਗਈ, ਸਵਾਹ ਬਣ ਗਈ। ਇਸ ਵਾਸਤੇ ਫਿਰ ਇਹ ਜਿਹੜਾ ਕੀਤੀ ਹੋਈ ਹਉਮੈ, ਇਹ ਹੰਕਾਰ, ਇਹ ਸਭ ਜੀਵ ਦਾ ਕੀਤਾ ਹੋਇਆ ਵਿਅਰਥ ਹੈ। ਇਹ ਚੀਜ਼ਾਂ ਦੇ ਵਿੱਚ ਜਾ ਕੇ ਹੀ ਫਿਰ ਜੀਵ ਦੁਖੀ ਹੁੰਦਾ, ਫਿਰ ਉਹ ਅਸ਼ਾਂਤ ਹੁੰਦਾ। ਇਹ ਚੀਜ਼ਾਂ 'ਚ ਫਸਿਆ ਹੋਇਆ ਉਹਦੇ ਹਿਰਦੇ 'ਚ ਗਰੀਬੀ ਨਹੀਂ ਆਉਂਦੀ, ਕਿਉਂਕਿ ਉਹ ਗੁਰੂ ਦੀ ਮੱਤ ਨਹੀਂ ਲੈਂਦਾ, ਨਾ ਉਹ ਸਤ ਸੰਗਤ ਕਰਦਾ, ਨਾ ਉਹ ਸਿਮਰਨ ਕਰਦਾ, ਨਾ ਉਹ ਗੁਰੂ ਦੀ ਮੱਤ ਲੈਂਦਾ। ਇਸ ਵਾਸਤੇ ਫਿਰ ਅੰਦਰ ਜਿਹੜਾ ਉਹਦੇ ਗਰਭ ਹੈ ਹਉਮੈ ਹੰਕਾਰ ਹੈ, ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਹਉਮੈ ਹੰਕਾਰ ਕਰਕੇ ਫਿਰ ਉਹ ਆਪਦੇ ਆਪ ਨੂੰ ਤਾਕਤਵਰ ਸਮਝਦਾ। ਤੇ ਪਰ ਫਿਰ ਉਹਨੂੰ ਸਮਾਂ ਨਹੀਂ ਲੱਗਦਾ ਢਹਿ ਢੇਰੀ ਹੋਣ ਵਾਸਤੇ। ਫਿਰ ਉਹ ਇੱਕ ਛਿੰਨ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਸਮ ਹੋ ਜਾਂਦਾ। ਫਿਰ ਮਹਾਰਾਜ ਦੱਸਦੇ ਕਿਸੇ ਨਾ ਵਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖਵਾਰੀ। ਹੁਣ ਇੱਧਰ ਫਿਰ ਜੀਵ ਦੇ ਅੰਦਰ ਜਦੋਂ ਇਹ ਹੰਕਾਰ ਹੁੰਦਾ, ਫਿਰ ਉਹ ਕਿਸੇ ਦੀ ਸੁਣਦਾ ਨਹੀਂ, ਕਿਸੇ ਦੀ ਪਰਵਾਹ ਨਹੀਂ ਕਰਦਾ। ਫਿਰ ਉਹ ਸਿਰਫ ਆਪਦੀ ਹੈਂਡ ਜਿਹੜੀ ਉਹੀਓ ਪਗਾਉਂਦਾ ਹੈ ਵੀ ਮੈਂ ਹੀ ਸਹੀ ਹਾਂ, ਦੂਸਰੇ ਗਲਤ ਨੇ। ਤੇ ਮਹਾਰਾਜ ਕਹਿੰਦੇ ਫਿਰ ਉਹਨੂੰ ਅੱਗੇ ਧਰਮ ਰਾਏ ਜਿਹੜਾ ਉਹ ਫਿਰ ਖਵਾਰੀ ਕਰਦਾ, ਉਹ ਫਿਰ ਉਹਨੂੰ ਸਜ਼ਾ ਦਿੰਦਾ। ਤੇ ਫਿਰ ਇਹਨੂੰ ਪਤਾ ਲੱਗਦਾ ਵੀ ਮੇਰਾ ਕੀਤਾ ਹੋਇਆ ਹੰਕਾਰ ਹਉਮੈ ਵੀ ਇਹਦੇ ਫਿਰ ਇਹਨੂੰ ਕੀ ਸਜ਼ਾ ਮਿਲਦੀ, ਕਿਵੇਂ ਫਿਰ ਇਹਨੂੰ ਅੱਗੇ ਧਰਮ ਰਾਏ ਜਿਹੜਾ ਉਹ ਖਵਾਰੀ ਕਰਦਾ ਹੈ। ਫਿਰ ਜਿਸੇ ਤੋਂ ਲੇਖਾ ਮੰਗਿਆ ਜਾਂਦਾ,
सारा कुछ इधर ही रह गया, ਜਿਹੜਾ ਇਹਨੇ ਇਕੱਠਾ ਕੀਤਾ ਹੋਇਆ ਸੀ, ਜਿਹੜੀ ਤਾਕਤ ਸੀ ਸਭ ਇੱਥੇ ਹੀ ਰਹਿ ਗਈ। ਹੁਣ ਅੱਗੇ ਨਾਮ ਨੇ ਜਾਣਾ ਸੀ ਤੇ ਨਾਮ ਤੋਏ ਸਖਣਾ ਹੈ, ਨਾਮ ਧਾਨੇ ਦੇ ਪੱਲੇ ਹੈ ਕੋਈ ਨਹੀਂ ਹੈ। ਤੇ ਇੱਧਰ ਇਹਦੇ ਦੇ ਰੰਗ ਚੜੇ ਸੀ, ਰਾਜ ਦੇ, ਮਾਲ ਦੇ, ਤਾਕਤ ਦੇ, ਮਾਇਆ ਦੀ। ਤੇ ਜਦੋਂ ਫਿਰ ਇੱਥੋਂ ਜਾਂਦੇ, ਜਮਾਂ ਨੂੰ ਧਰਮ ਰਾਏ ਹੁਕਮ ਦਿੰਦਾ ਵੀ ਇਹਨੂੰ ਹੁਣ ਕੁੱਟ ਕੇ ਲੈ ਕੇ ਆਓ, ਨੰਗਾ ਕਰਕੇ ਲੈ ਕੇ ਆਓ। ਤੇ ਫਿਰ ਇਹਨੂੰ ਬੇਇੱਜ਼ਤ ਕਰਕੇ ਕੁੱਟਦੇ ਹੋਏ ਜੰਮ ਲੈ ਕੇ ਜਾਂਦੇ। ਤੇ ਫਿਰ ਉਦੋਂ ਕਹਿੰਦੇ ਧਰਮ ਰਾਏ ਫਿਰ ਖਵਾਰੀ ਕਰਤਾ। ਮਾਰੇ ਕਹਿੰਦੇ ਰਾਜ ਰੰਗ, ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਮੇ ਪਤ ਗਿਆ ਗਵਾਏ। ਬਈ ਇਹਦੇ ਦੇ ਇੱਧਰ ਰੰਗ ਚੜੇ ਸੀ, ਰਾਜ ਦੇ, ਮਾਲ ਦੇ, ਧਨ ਦੌਲਤ ਦੇ, ਲਸ਼ਕਰ ਦੇ, ਫੌਜਾਂ ਦੇ, ਸਾਰਾ ਚੜੇ ਹੋਏ ਸੀ ਰੰਗ। ਕਹਿੰਦਾ ਸੀ ਮੈਂ ਰਾਜਾ। ਤੇ ਨਾਮ ਤੋਂ ਬਿਨਾਂ ਫੇਰ ਮਹਾਰਾਜ ਕਹਿੰਦੇ ਅੱਗੇ ਖਵਾਰੀ। ਧਰਮ ਰਾਈ ਫਿਰ ਸਜ਼ਾ ਦਿੰਦਾ, ਜਮਾਂ ਨੂੰ ਕਹਿੰਦਾ ਵੀ ਇਹਨੂੰ ਨੰਗਾ ਕਰਕੇ ਕੁੱਟ ਕੇ ਲੈ ਕੇ ਆਓ। ਇਸ ਲਈ ਫਿਰ ਮਹਾਰਾਜ ਕਹਿੰਦੇ ਨੰਗਾ ਦੋਜਕ ਚਾਲਿਆ, ਦਿਸੇ ਖੜਾ ਡਰਾਵਣ, ਕਰ ਔਗਣ ਪਛੋਤਾਵਣ। ਫਿਰ ਇਹਦਾ ਰੂਪ ਬੜਾ ਡਰਾਉਣਾ ਹੋ ਜਾਂਦਾ, ਫਿਰ ਇਹ ਪਛਤਾਉਂਦਾ। ਤੇ ਉੱਥੇ ਫਿਰ ਇਹਦੀ ਕੋਈ ਕੂਕ ਬਕਾਰ ਨਹੀਂ ਸੁਣਦਾ, ਇਹਨੂੰ ਕੋਈ ਛਡਾਉਣ ਵਾਲਾ ਨਹੀਂ ਹੁੰਦਾ, ਕੋਈ ਇਹਦਾ ਸੰਗੀ ਸਾਥੀ ਨਹੀਂ ਬਣਦਾ। ਮਹਾਰਾਜ ਕਹਿੰਦੇ ਜਿੱਥੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ, ਉਸੇ ਹੱਥ ਨਾ ਉਪੜੇ ਕੂਕ ਨਾ ਸੁਣੀਏ ਪੁਕਾਰ। ਕੋਈ ਨਹੀਂ ਸੁਣਦਾ ਇਹਦੀ ਕੂਕ ਪੁਕਾਰ। ਸੋ ਐਸੀ ਅਵਸਥਾ ਦੇ ਵਿੱਚ ਫਿਰ ਮਹਾਰਾਜ ਕਹਿੰਦੇ ਬਈ ਜੇ ਹੁਣ ਇੱਥੇ ਤੁਸੀਂ ਸਿਮਰਨ ਭਗਤੀ ਨਹੀਂ ਕੀਤੀ, ਫਿਰ ਤੁਸੀਂ ਧਰਮ ਰਾਏ ਨੂੰ ਅੱਗੇ ਜਾ ਕੇ ਜਦੋਂ ਲੇਖਾ ਦੇਣਾ ਉੱਥੇ ਕੀ ਮੂੰਹ ਦਿਖਾਓਗੇ। ਮਹਾਰਾਜ ਕਹਿੰਦੇ ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਬਈ ਧਰਮ ਰਾਏ ਫਿਰ ਇਸੇ ਖਵਾਰੀ ਕਰਦਾ ਜਿਨ੍ਹਾਂ ਦੇ ਅੰਦਰ ਇਹਦੇ ਹੰਕਾਰ ਹੈ, ਜਿਹੜੇ ਨਾਮ ਦੇ ਨਾਲ ਨਹੀਂ ਜੁੜੇ, ਜਿਨ੍ਹਾਂ ਦੇ ਹਿਰਦੇ 'ਚ ਗਰੀਬੀ ਨਹੀਂ ਹੈ, ਉਹਨਾਂ ਦੀ ਅਵਸਥਾ ਦੱਸਦੇ। ਫਿਰ ਮਹਾਰਾਜ ਅੱਗੇ ਦੱਸਦੇ ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਾਹ ਪਰਵਾਨ। ਮਹਾਰਾਜ ਕਹਿੰਦੇ ਵੀ ਗੁਰੂ ਦੀ ਕਿਰਪਾ ਦੁਆਰਾ, ਗੁਰ ਪ੍ਰਸਾਦ ਦੁਆਰਾ, ਵੀ ਜਿਹਦਾ ਅੰਦਰੋਂ ਅਭਿਮਾਨ ਮਿਟ ਗਿਆ, ਜਿਹਦੇ ਅੰਦਰੋਂ ਇਹ ਹੰਕਾਰ ਖਤਮ ਹੋ ਗਿਆ, ਹਉਮੈ ਖਤਮ ਹੋ ਗਈ, ਫਿਰ ਉਹ ਜਨ ਜਿਹੜਾ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ। ਉਹਨੂੰ ਦਰਗਾਹ ਦੇ ਵਿੱਚ ਥਾਂ ਹੈ, ਉਹਨਾਂ ਦਾ ਮਾਣ, ਉਹਨਾਂ ਦਾ ਸਤਿਕਾਰ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਅਸੀਂ ਜਦੋਂ ਇਹ ਸਤਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹ ਫਿਰ ਸਾਡੇ ਅੰਦਰੋਂ ਅਭਿਮਾਨ ਜਿਹੜਾ, ਇਹ ਅਭਿਮਾਨ ਮਿਟਦਾ, ਹੰਕਾਰ ਮਿਟਦਾ। ਜਿਉਂ ਜਿਉਂ ਹੰਕਾਰ ਮਿਟੇਗਾ ਤੇ ਉਹਦੇ ਸਾਡਾ ਮਨ ਜਿਹੜਾ ਨਿਰਮਲ ਹੋਏਗਾ, ਸਹਿਜ ਵਿੱਚ ਜਾਏਗਾ। ਤੇ ਜਿਉਂ ਜਿਉਂ ਇਹ ਸਹਿਜ ਵਿੱਚ ਜਾਂਦਾ, ਫਿਰ ਗੁਰਮੁਖ ਦੇ ਮਨ ਦੀ ਇਹ ਅਵਸਥਾ, ਫਿਰ ਉਹ ਆਪਦੇ ਆਪ ਨੂੰ ਸਭ ਤੋਂ ਨਿਮਾਣਾ ਸਮਝਦਾ। ਮਹਾਰਾਜ ਕਹਿੰਦੇ ਮਨ ਤੂੰ ਮਤ ਮਾਣ ਕਰੀ, ਜੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਵੀ ਜਿਹੜਾ ਗੁਰਮੁਖ ਉਹ ਨਿਮਾਣਾ, ਉਹਦੇ ਅੰਦਰ ਨਿਮਰਤਾ, ਉਹ ਆਪਦੇ ਆਪ ਨੂੰ ਨੀਵਾਂ ਸਮਝਦਾ। ਤੇ ਇਸ ਲਈ ਮਹਾਰਾਜ ਕਹਿੰਦੇ ਵੀ ਗੁਰੂ ਦੀ ਕਿਰਪਾ ਦੁਆਰਾ ਫਿਰ ਉਹਦੇ ਅੰਦਰ ਜਿਹੜੀ ਇਹ ਨਿਮਾਣਤਾ ਆ ਗਈ, ਜਿਹੜਾ ਇਹ ਹੰਕਾਰ ਸੀ, ਹਉਮੈ ਸੀ, ਇਹ ਮਿਟ ਗਿਆ। ਤੇ ਹੁਣ ਫਿਰ ਇਸੇ ਗੁਰਮੁਖਾਂ ਨੂੰ ਦਰਗਾਹ ਦੇ ਵਿੱਚ ਥਾਂ ਹੈ, ਉਹ ਗੁਰਮੁਖ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ। ਫਿਰ ਮਹਾਰਾਜ ਅੱਗੇ ਦੱਸਦੇ ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੇ ਸਗਲੇ ਵਿਰਥਾਰੀ। ਵੀ ਇਧਰ ਸੰਸਾਰ ਦੇ ਵਿੱਚ ਜੀਵ ਆਪਦੀ ਮਤ ਦੁਆਰਾ ਕਰੋੜਾਂ ਹੀ ਕਰਮ ਕਰ ਲਵੇ, ਵੀ ਉਸ ਕਰਮ ਵਾਸਤੇ
ਇਹਦੇ ਸੰਸਾਰ ਦੇ ਵਿੱਚ ਬਥੇਰਾ ਭੱਜ ਦੌੜ ਕਰਦਾ ਹੈ, ਪਰ ਇਹਦੀ ਇਹ ਕੀਤੀ ਹੋਈ ਭੱਜ ਦੌੜ ਵਿਚਾਰਾਂ ਦੇ ਵਿੱਚ, ਮਾਇਆ ਦੇ ਵਿੱਚ ਇਹਦੇ ਥੱਕਦਾ ਹੀ ਹੈ, ਵਿਚਾਰਾਂ ਦੇ ਵਿੱਚ ਇਹਦੇ ਦੁਖੀ ਹੀ ਹੁੰਦਾ ਹੈ, ਪਰ ਇਹਨੂੰ ਸੁੱਖ ਨਹੀਂ ਮਿਲਦਾ, ਇਹਨੂੰ ਸ਼ਾਂਤੀ ਨਹੀਂ ਆਉਂਦੀ, ਇਹ ਵਿਸ਼ਰਾਮ ਨਹੀਂ ਕਰਦਾ, ਭੱਜਿਆ ਹੀ ਫਿਰਦਾ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਇਸ ਲਈ ਫਿਰ ਇਹ ਕਰਮ ਦੇ ਵਿੱਚ ਸਹਿਜ ਨਹੀਂ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਸਹਿਜ ਨਹੀਂ। ਜਿਸ ਵਰਤਾਏ ਮਹਾਰਾਜ ਕਹਿੰਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ, ਕਿ ਇਹਨਾਂ ਵਿਚਾਰਾਂ 'ਚ ਤ੍ਰੈ ਗੁਣਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਸਹਿਜ ਨਹੀਂ, ਤੇ ਜਦ ਤੱਕ ਅਸੀਂ ਸਹਿਜ 'ਚ ਨਹੀਂ ਜਾਵਾਂਗੇ ਸਾਡੇ ਸਹਿੰਸੇ, ਫਿਕਰ, ਚਿੰਤਾਵਾਂ ਇਹ ਖਤਮ ਨਹੀਂ ਹੁੰਦੀਆਂ। ਹੁਣ ਇਹ ਕਰਮ ਕਰਕੇ ਹੀ, ਵਿਚਾਰਾਂ ਕਰਕੇ ਹੀ ਅਸੀਂ ਪਰਮੇਸ਼ਰ ਤੋਂ ਵਿਛੜੇ, ਮਾਲਕ ਤੋਂ ਅਸੀਂ ਦੂਰ ਹਾਂ। ਰਮਾਉਂਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਠ ਦੇ ਦਿਸ ਭ੍ਰਮਾਈ, ਥਕਾਏ ਪ੍ਰਭ ਕੀ ਸ਼ਾਮ। ਹੁਣ ਇੱਧਰ ਅਸੀਂ ਚਾਰਾਂ ਕੁੰਠਾਂ ਦੇ ਵਿੱਚ ਘੁੰਮ ਕੇ, ਦਸਾਂ ਦਿਸ਼ਾਵਾਂ ਵੱਲ ਘੁੰਮ ਕੇ ਜੀਵ ਥੱਕ ਜਾਂਦਾ ਹੈ, ਪਰ ਇਹਦੇ ਮਨ ਨੂੰ ਵਿਸ਼ਰਾਮ ਨਹੀਂ ਮਿਲਦਾ, ਮਨ ਨੂੰ ਸੁੱਖ ਨਹੀਂ ਮਿਲਦਾ। ਇਸੇ ਤਰ੍ਹਾਂ ਹੀ ਸਤਿਗੁਰੂ ਫਿਰ ਇੱਥੇ ਕਹਿੰਦੇ ਵੀ ਜੀਵ ਆਪਦੀ ਮੱਤ ਦੁਆਰਾ ਕੋਟ ਕਰਮ, ਕਰੋੜਾਂ ਹੀ ਕਰਮ ਐਸੇ ਕਰ ਲਵੇ, ਫਿਰ ਵੀ ਉਹਦਾ ਜਿਹੜਾ ਮਨ ਹੈ ਉਹ ਮਨ ਨਹੀਂ ਟਿਕਦਾ, ਮਨ ਨਹੀਂ ਸਥਿਰ ਹੁੰਦਾ, ਜਦ ਤੱਕ ਗੁਰੂ ਦੀ ਮੱਤ ਨਹੀਂ ਲੈਂਦਾ, ਆਪਦੀ ਮੱਤ ਦੁਆਰਾ ਉਹਦੇ ਮਨ ਨੂੰ ਸੁੱਖ ਨਹੀਂ ਮਿਲੇਗਾ। ਫਿਰ ਮਹਾਰਾਜ ਕਹਿੰਦੇ ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਅਵਤਾਰ। ਵੀ ਆਪਦੀ ਮੱਤ ਦੁਆਰਾ ਜੀਵ ਕਿੰਨੀ ਤਪੱਸਿਆ ਵੀ ਕਰਦਾ, ਆਪਦੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਵੱਡਾ ਤਪੱਸਵੀ ਹਾਂ, ਤੇ ਤਪੱਸਿਆ ਕਰਕੇ ਫਿਰ ਹੰਕਾਰ ਵੀ ਕਰਦਾ। ਜਿਵੇਂ ਅੱਗੇ ਜੀਵ ਤਪੱਸਿਆ ਕਰਦੇ ਤੇ ਪਰ ਅੰਦਰੋਂ ਹੰਕਾਰ ਨਾ ਜਾਂਦਾ, ਤੇ ਜਦੋਂ ਕਿਸੇ ਨਾਲ ਵਿਚਾਰ ਮਿਲਦੇ ਉਹਨੂੰ ਕੋਈ ਵਰ ਦੇ ਦਿੰਦੇ, ਤੇ ਨਹੀਂ ਤਾਂ ਕ੍ਰੋਧੀ ਹੋ ਜਾਂਦੇ, ਹੰਕਾਰੀ ਹੋਏ ਹੋਏ ਸ਼ਰਾਪ ਦੇ ਦਿੰਦੇ। ਤੇ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਫਿਰ ਜਦੋਂ ਕਿੰਨੀ ਉਹ ਤਪੱਸਿਆ ਵੀ ਕਰਦੇ, ਫਿਰ ਵੀ ਅੰਦਰੋਂ ਹੰਕਾਰ ਨਾ ਜਾਂਦਾ, ਹੰਕਾਰ 'ਚ ਫਿਰ ਸ਼ਰਾਪ ਦਿੰਦੇ। ਫਿਰ ਇਸ ਵਾਸਤੇ 'ਚ ਕਹਿੰਦੇ ਫਿਰ ਵੀ ਉਹ ਵੀ ਨਰਕਾਂ ਦੇ ਵਿੱਚ ਜਾਂ ਸਵਰਗਾਂ ਦੇ ਵਿੱਚ ਵਾਰ-ਵਾਰ ਫਿਰ ਆਉਂਦੇ ਜਾਂਦੇ ਰਹਿੰਦੇ, ਵੀ ਵੱਧ ਤੋਂ ਵੱਧ ਉਹ ਦੇਵਲੋਕ ਤੱਕ ਚਲੇ ਜਾਂਦੇ, ਦੇਵਲੋਕ ਤੋਂ ਫਿਰ ਵਾਪਸ ਆ ਜਾਂਦੇ ਇੱਧਰ। ਇਸ ਤਰ੍ਹਾਂ ਫਿਰ ਉਹਨਾਂ ਦਾ ਆਉਣ ਜਾਣ ਜਿਹੜਾ ਉਹ ਬਣਿਆ ਹੀ ਰਹਿੰਦਾ, ਉਹ ਸਦਾ ਵਾਸਤੇ ਅਮਰ ਨਹੀਂ ਹੁੰਦੇ, ਮਾਲਕ ਦੇ ਵਿੱਚ ਲੀਨ ਨਹੀਂ ਹੁੰਦੇ, ਜਦ ਤੱਕ ਉਹ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ। ਫਿਰ ਮਹਾਰਾਜ ਦੱਸਦੇ ਅਨੇਕ ਯਤਨ ਕਰ ਆਤਮ ਨਹੀਂ ਤਰਪੈ, ਹਰ ਦਰਗਾਹ ਕਹੋ ਕੈਸੇ ਗਵੇ। ਵੀ ਅਨੇਕਾਂ ਹੀ ਯਤਨ ਜੀਵ ਕਰਦਾ, ਪਰ ਫਿਰ ਵੀ ਉਹਦਾ ਜਿਹੜਾ ਮਨ ਹੈ ਉਹ ਮਨ ਨਹੀਂ ਭੇਜਦਾ, ਮਨ ਨਹੀਂ ਸਹਿਜ ਵਿੱਚ ਜਾਂਦਾ, ਮਨ ਨਿਰਮਲ ਨਹੀਂ ਹੁੰਦਾ, ਮਨ ਨੀਵਾਂ ਨਹੀਂ ਹੁੰਦਾ, ਨਿਮਾਣਾ ਨਹੀਂ ਹੁੰਦਾ। ਤੇ ਜਦ ਤੱਕ ਹੁਣ ਮਨ ਨਿਰਮਲ ਨਹੀਂ ਹੁੰਦਾ, ਹਿਰਦਾ ਸ਼ੁੱਧ ਨਹੀਂ ਹੁੰਦਾ, ਉਹਨਾਂ ਸਮਾਂ ਫਿਰ ਉਹਨੂੰ ਦਰਗਾਹ ਦੇ ਵਿੱਚ ਜਿਹੜੀ ਥਾਂ ਹੈ ਉਹ ਥਾਂ ਮਿਲਦੀ ਨਹੀਂ ਹੈ। ਜਿਵੇਂ ਹੁਣ ਮਹਾਰਾਜ ਪਹਿਲਾਂ ਦੱਸਦੇ ਵੀ ਜੀਵ ਨਿੱਕ ਤਪੱਸਿਆ ਕਰਦਾ, ਪਰ ਫਿਰ ਵੀ ਅੰਦਰ ਹੰਕਾਰ ਹੈ। ਹੰਕਾਰ ਤਾਂਹੀਓ ਹੈ ਕਿਉਂਕਿ ਉਹਦਾ ਮਨ ਜਿਹੜਾ ਹਿਰਦਾ, ਉਹਦੇ ਹਿਰਦੇ ਵਿੱਚ ਗਰੀਬੀ ਨਹੀਂ ਆਈ, ਉਹਦੇ ਹਿਰਦੇ ਵਿੱਚ ਨਿਮਾਣਤਾ ਨਹੀਂ ਆਈ, ਉਹ ਨੀਵਾਂ ਨਹੀਂ ਹੋਇਆ, ਤਾਂਹੀਓ ਫਿਰ ਉਹ ਦੂਸਰੇ ਨੂੰ ਸ਼ਰਾਪ ਦਿੰਦਾ। ਤੇ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਆਪਦੀ ਮੱਤ ਦੁਆਰਾ ਜੀਵ ਅਨੇਕਾਂ ਹੀ ਯਤਨ ਕਰੇ, ਪਰ ਫਿਰ ਵੀ ਉਹਦਾ ਜਿਹੜਾ ਹਿਰਦਾ ਉਹ ਸ਼ੁੱਧ ਨਹੀਂ ਹੁੰਦਾ, ਮਨ ਪੂਰਨ ਤੌਰ ਤੇ ਨਿਰਮਲ ਨਹੀਂ ਹੁੰਦਾ। ਤੇ ਜਦ ਤੱਕ ਨਿਰਮਲ ਨਹੀਂ ਹੋਏਗਾ ਉਹਨਾਂ ਸਮਾਂ ਫਿਰ ਉਹਨੂੰ ਦਰਗਾਹ 'ਚ ਥਾਂ ਨਹੀਂ ਮਿਲੀ, ਦਰਗਾਹ ਦੇ ਵਿੱਚ ਪਹੁੰਚ ਨਹੀਂ ਸਕਦਾ। ਫਿਰ ਮਹਾਰਾਜ ਕਹਿੰਦੇ
आपस को जो भला कहावे तिसे भलाई निकट ना आवे। भी आपदे आप नूं जे वो जीव कहे भी मैनू भला आखो भी ये बड़ा भला है जी, ये बड़ा चंगा है जी, पर महाराज कहते भी भलाई जिहड़ी ਉਹਦੇ नेड़े भी नहीं जद तक वो नाम दे नाल नहीं जुड़दा, जद तक वो अंदरों शब्द गुरु नाल जुड़दा नहीं, पूरे गुरु की शरण दे विच नहीं जांदा नाद शब्द दी, उन्ना समा वो भला नहीं कर सकता, उन्ना समा वो भला बनता ही नहीं। ताइयों महाराज कहते भी भला फेर करता है जदों ये आप नमाना हुंदा, जदों ये आप सहज विच आउंदा है। फेर जिहड़ा मन बुरा हो गया बुरे का भी भला करता है, जिसनूं महाराज कहते फरीदा बुरे का भला कर, गुस्सा मन न हंडाई, देही रोग न लगी, पल्ले सब कुछ पाई। फेरे बुरे का भी भला करेगा, फेरे गुस्सा नहीं हंडाएगा, फेरे हंकार नहीं करेगा। पर जैसा कि नाम दे नाल जुड़िया नहीं, उन्ना समा फिर भला नहीं, फिर उन्ना समा ये दुविधा दे विच बुरा ही करता है, वैर विरोधी करता है। फिर महाराज कहते सर्व की रेन जाका मन होए, कहो नानक ताकि निर्मल सोए। महाराज कहते भी जिहड़ा मन सर्व की रेन भी सारियां दी चरण धूड़ी बन गए, भी इन्ना मन नीवा हो जी, इन्ना मन नमाना हो जी। फिर महाराज कहते भी वो मन निर्मल है, वो मन फिर ओदी शोभा, ओदी वडियाई, ओदी महिमा। इस वास्ते फिर आपां नूं समझाउंदे भी मन साडा जिहड़ा ਉਹ रेन हो जे, वो चरण धूड़ी हो जे, वो नीमा हो जे। हुण ये होएगा फिर ही ज्यों ज्यों असीं हुण ये सिमरन करांगे, शब्द की कमाई करांगे, नाल नाल जो सानूं सतगुरु ज्ञान दिंदे, ये जो बचन गुरु साहिबानां दे भगतां दे बचनां दी धूड़ी साडे मन दे उत्ते पएगी। फिर साडा मन निर्मल होएगा तो फिर चरण धूड़ी बनता, फिर रेण हुंदा। रेण का भाव भी वो बचन जो गुरु साहब कह रहे, भगत कह रहे, साडे हिरदे चों वस जाण। असीं इन्हां वचनां नूं कमा लईए, असीं इन्हां वचनां नूं मन लईए, ते जदों असीं इन्हां वचनां नूं कमा लिया, मन लिया, तो समझ लो असीं सब दी रेण हो गई। ते जे असीं वचन मनदे नहीं, फिर रेन मन हुंदा ही नहीं, फिर ये अंदर हंकार हुंदा, हमें हुंदी। इस वास्ते हुण आओ जो सानू गुरु साहब बचन कह रहे सिमरन करन भी, ताकि साडा मन निर्मल होवे, शुद्ध होवे। आओ आपां सारे गुरु साहिबानां दा बचन मन्नीए ते बेनतियां ही आपां करदे मालक नूं, ये जिहड़ा सिमरन करदे अरदासां ही भी ताकि साडा मन निर्मल हो जे, साडे हिरदे विच गरीबी आ जे, साडा मन नमाना हो जे। आओ सारे गुरमुख प्यारे करो जी शुरू। वाहिगुरू 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 वाहिगुरू।
ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਿਉਂ-ਜਿਉਂ ਆਪਾਂ ਇਸ ਸਿਮਰਨ ਕਰਦੇ ਹਾਂ, ਨਾਲ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਾਧ ਸੰਗਤ ਕਰਦੇ ਹਾਂ, ਇਹਦੇ ਆਪਣਾ ਜਿਹੜਾ ਮਨ ਹੈ ਇਹ ਨਿਰਮਲ ਹੁੰਦਾ ਹੈ, ਸ਼ੁੱਧ ਹੁੰਦਾ ਹੈ। ਮਨ ਦੇ ਮੈਲ ਚੜ੍ਹਦੀ ਹੈ ਵਿਚਾਰਾਂ ਦੀ, ਦੁਵਿਧਾ ਦੀ, ਵੈਰ ਵਿਰੋਧ ਦੀ, ਹਉਮੈ ਹੰਕਾਰ ਦੀ, ਇਹ ਮਨ ਤੇ ਮੈਲ ਚੜ੍ਹਦੀ ਹੈ। ਤੇ ਮਨ ਦੀ ਮੈਲ ਲਾਉਣ ਵਾਸਤੇ ਸਿਮਰਨ ਹੈ, ਸ਼ਬਦ ਦੀ ਵਿਚਾਰ ਹੈ, ਗੁਰਬਾਣੀ ਗੁਰੂ ਦੀ, ਫਿਰ ਇਹ ਸਾਡਾ ਮਨ ਤੇ ਮਨ ਦਾ ਤਨ ਧੋਤਾ ਜਾਂਦਾ। ਮਾਰੇ ਫਰਮਾਉਂਦੇ ਘਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕਿ ਸਾਡਾ ਮਨ ਤੇ ਮਨ ਦਾ ਤਨ ਰੋਗ ਰਹਿਤ ਹੋ ਜਾਂਦਾ ਜਦੋਂ ਅਸੀਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ। ਇੱਕ ਜਣਾ ਕਰਦਾ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਵੀ ਆਪਣਾ ਮਨ ਤੇ ਮਨ ਦਾ ਤਨ ਧੋਤਾ ਜਾਂਦਾ। ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ, ਕਿ ਸ਼ਬਦ ਦੀ ਵਿਚਾਰ ਕਰਾਂਗੇ ਮਨ ਤੇ ਮਨ ਦਾ ਤਨ ਧੋਤਾ ਜਾਣਾ। ਸੋ ਇਸ ਵਾਸਤੇ ਹੁਣ ਇਹ ਆਪਾਂ ਬਾਚੋ ਬਸ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਬਾਚੋ ਬਾਦੀ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਣੇ ਜੀਵਨ ਦਾ ਅਸਲ ਮਕਸਦ ਮਾਲਕ ਨੂੰ ਮਿਲਣਾ, ਕਿਵੇਂ ਅਸੀਂ ਮਿਲ ਸਕਦੇ ਹਾਂ, ਉਹ ਮਿਲਣ ਵਾਸਤੇ ਆਪਾਂ ਨੂੰ ਦੱਸਿਆ ਵੀ ਜਿੰਨਾ ਅਸੀਂ ਮਨ ਕਰਕੇ ਮਸਕੀਨ ਹੋ ਜਾਵਾਂਗੇ, ਨਮਾਨੇ ਹੋ ਜਾਵਾਂਗੇ, ਉਹਨਾਂ ਅਸੀਂ ਸੁਖੀ ਹੋ ਜਾਵਾਂਗੇ। ਇਸ ਲਈ ਮਹਾਰਾਜ ਫਰਮਾਉਂਦੇ ਸੁਖੀ ਵਸੀ ਮਸਕੀਨੀਆਂ ਆਪ ਨਿਵਾਰਤ ਲਈ, ਕਿ ਜਿੰਨਾ ਅਸੀਂ ਨੀਵੇਂ ਹੋ ਜਾਵਾਂਗੇ ਉਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਜਿੰਨਾ ਜੀਵ ਦੇ ਅੰਦਰ ਹੰਕਾਰ ਹੁੰਦਾ ਉਨਾ ਹੀ ਉਹ ਦੁਖੀ, ਉਨਾ ਹੀ ਉਹ ਸ਼ਾਂਤ ਹੋਏਗਾ। ਸੋ ਇਸ ਵਾਸਤੇ ਹੁਣ ਇਹ ਆਪਾਂ ਮਨ ਨੂੰ ਨਿਰਮਲ ਕਰਨਾ, ਤੇ ਉਹਦੇ ਲਈ ਇਹ ਫਿਰ ਅਭਿਆਸ ਸਤ ਸੰਗਤ ਹੈ। ਕੱਲ੍ਹ ਤੋਂ ਆਪਣਾ ਗੁਰਮੁਖ ਕਹਿ ਰਹੇ ਸੀ ਵੀ ਸਮਾਂ ਆਪਾਂ ਹੁਣ 9 ਵਜੇ ਸਮਾਪਤੀ ਕਰਦੇ, ਕੱਲ੍ਹ ਤੋਂ ਆਪਾਂ 8:45 ਕਰਦੇ ਕਰਨੀ, ਤੇ 7:30 ਆਪਾਂ ਸ਼ੁਰੂ ਕਰਿਆ ਕਰਾਂਗੇ। ਹੁਣ ਆਪਾਂ 7:45 ਕਰਦੇ ਹਾਂ, 15 ਮਿੰਟ ਪਹਿਲਾਂ। ਸਾਰੀਆਂ ਸੰਗਤਾਂ ਨੇ ਆਪਾਂ ਸਮੇਂ ਸਿਰ ਆ ਕੇ ਅਭਿਆਸ ਕਰਕੇ ਵਾਜੋ ਵਾਦੀ ਆਪਾਂ ਜੀਵਨ ਦਾ ਲਾਹਾ ਖੱਟਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ
जे कोई ऐसा शब्द बोलिया गया हो भी संगत ਅਤੇ सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहिगुरु 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 Guru